ਜਿਉ ਜਾਨਹੁ ਤਿਉ ਰਾਖ, ਹਰ ਪ੍ਰਭ ਤੇਰਿਆ। ਕੀਤੇ ਗਣਹੁ ਅਸੰਖ, ਅਵਗੁਣ ਮੇਰਿਆ। ਅਸੰਖ ਅਵਗੁਣ ਖਤੇ ਫੇਰੇ, ਨਿਤ ਪ੍ਰਤ ਸਦ ਭੂਲੀਐ। ਮੋਹ ਮਹਾ ਬਿਕਰਾਲ ਮਾਇਆ, ਤਉ ਪ੍ਰਸਾਦੀ ਕੂਲੀਐ। ਲੋਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰਹੁ ਤੇ ਨੇਰਿਆ। ਬਿਨਵੰਤ ਨਾਨਕ ਦਇਆ ਧਰਹੁ, ਕਾਢ ਭਵਜਲ ਫੇਰਿਆ। ਬਿਨਵੰਤ ਨਾਨਕ ਦਇਆ ਧਰਹੁ, ਕਾਢ ਭਵਜਲ ਫੇਰਿਆ। ਜੁਗਹੁ ਜੁਗ ਅਟਲ, ਚਵਰ ਛਤਰ ਅਤੇ ਤਖਤਾਂ ਦੇ ਮਾਲਕ, ਵਾਲੀਏ ਕੁਲ ਆਲਮ, ਸ਼ਬਦਾ ਅਵਤਾਰ, ਸਰਬ ਸਾਂਝੀ ਵਾਲਤਾ ਦੇ ਰਹਿਬਰ, ਗਰੀਬ ਨਵਾਜ ਸਤਿਗੁਰੂ ਸਾਹਿਬ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਮਨੁੱਖਾ ਜਨਮ, ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰ ਰਹੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਮਿਹਰਾਮਤ ਦਾ ਸਦਕਾ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹਨ। ਅੰਮ੍ਰਿਤਮਈ ਗੁਰਬਾਣੀ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸ਼ਰਵਣ ਕੀਤੇ ਹਨ। ਜੋ ਚੱਲ ਰਹੀ ਲੜੀਵਾਰ ਗੁਰ ਸ਼ਬਦ ਵਿਚਾਰ ਦਾ ਸਮਾਂ ਹੋਇਆ ਹੈ। ਅੱਜ ਦੇ ਪਾਵਨ ਸ਼ਬਦ ਦਾ ਮੂਲ ਪਾਠ ਆਪ ਜੀ ਨੇ ਸਿੰਘ ਸਾਹਿਬ ਜੀ ਪਾਸੋਂ ਸ਼ਰਵਣ ਕੀਤਾ ਹੈ। ਆਓ ਜੋ ਪਾਤਸ਼ਾਹ ਸਾਡੇ ਤੇ ਕਿਰਪਾ ਕਰਦੇ ਹੋਏ ਇਹ ਉਪਦੇਸ਼ ਸਵਰੂਪ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਭੱਟ ਸਾਹਿਬਾਨ ਜੀ ਦੀ ਬਾਣੀ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਾਹਿਬਾਂ ਦੇ ਚਰਨਾਂ ਦਾ ਧਿਆਨ ਧਾਰ ਕੇ ਸ਼ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਲ ਸਮੁੰਦਰ ਭੈ ਰੂਪ, ਪ੍ਰਗਟ ਹਰਿ ਨਾਮ ਉਧਾਰਨ। ਭੱਟ ਸਾਹਿਬਾਨ ਭੱਟ ਮਥੁਰਾ ਜੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਸਤਤ ਵਡਿਆਈ ਦੇ ਅੰਦਰ ਅੱਜ ਦਾ ਇਹ ਸ਼ਬਦ ਸਵਈਆ ਜਿਸ ਨੂੰ ਅਸੀਂ ਕਹਿੰਦੇ ਹਾਂ ਬਖਸ਼ ਰਹੇ ਹਨ। ਭੱਟ ਸਾਹਿਬਾਨ ਨੇ ਗੁਰੂ ਸਾਹਿਬਾਨ ਜੀ ਦੀ ਉਸਤਤ ਦੇ ਵਿੱਚ ਜੋ ਬਾਣੀ ਕਥਨ ਕੀਤੀ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸੰਪਾਦਿਤ ਕੀਤਾ। 10 ਸਵਈਏ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਸਤਤ ਵਿੱਚ ਹਨ ਅਤੇ 10 ਹੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਸਤਤ ਵਿੱਚ ਹਨ। 22 ਸਵਈਏ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਉਸਤਤ ਵਿੱਚ ਅਤੇ 60 ਸਵਈਏ ਸਭ ਤੋਂ ਵੱਧ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਉਸਤਤ ਵਿੱਚ ਭੱਟ ਸਾਹਿਬਾਨ ਨੇ ਜੋ ਹਨ ਉਹ ਕਥਨ ਕੀਤੇ। ਅਤੇ 21 ਸਵਈਏ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਸਤਤ ਦੇ ਵਿੱਚ 4 ਭੱਟ ਸਾਹਿਬਾਨ ਭੱਟ ਕਲ, ਕਲ ਸਹਾਰ, ਮਥੁਰਾ ਅਤੇ ਹਰਬੰਸ ਜੀ, ਇਹਨਾਂ ਨੇ ਸਤਿਗੁਰਾਂ ਦੀ ਉਸਤਤ 21 ਸਵਈਆਂ ਦੇ ਦੁਆਰਾ ਕਥਨ ਕੀਤੀ ਹੈ, ਜਿਸ ਦਾ
ਭੱਟ ਮਥੁਰਾ ਜੀ ਦਾ ਇਹ 7ਵਾਂ ਸਵਈਆ ਹੈ ਤੇ ਕੁੱਲ ਸਵਈਆਂ ਦੇ ਵਿੱਚੋਂ 19ਵਾਂ ਸਵਈਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1409 ਦੇ ਉੱਪਰ ਦਰਜ ਹੈ। ਇਸ ਪਾਵਨ ਸ਼ਬਦ ਦੇ ਅੰਦਰ ਭੱਟ ਕਲ ਜੀ ਬਖਸ਼ਿਸ਼ ਕਰ ਰਹੇ ਹਨ। ਕਲ ਘੋਰ ਸਮੁੰਦਰ ਭੈ ਰੂਪ ਪ੍ਰਗਟ ਹਰ ਨਾਮ ਉਦਾਹਰਨ। ਕਲ ਤੋਂ ਭਾਵ ਹੈ ਕਲਯੁਗ ਦਾ ਸਮਾਂ ਹੈ। ਸਮੁੰਦਰ ਤੋਂ ਭਾਵ ਇਹ ਜੋ ਸੰਸਾਰ ਸਾਗਰ ਹੈ, ਭੈ ਰੂਪ, ਅਤੇ ਇਸ ਕਲਯੁਗ ਦੇ ਸਮੇਂ ਅੰਦਰ ਸੰਸਾਰ ਸਾਗਰ ਦੇ ਕਲਿਆਣ ਵਾਸਤੇ ਜਾਂ ਸੰਸਾਰ ਸਾਗਰ ਤੋਂ ਪਾਰ ਉਤਾਰਨ ਵਾਸਤੇ ਪ੍ਰਗਟ ਹਰ ਨਾਮ ਉਦਾਹਰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਪ੍ਰਗਟ ਹੋਏ ਹੋ। ਆਪ ਜੀ ਦਾ ਆਗਮਨ ਹੋਇਆ ਹੈ ਕਿਸ ਵਾਸਤੇ? ਕਲਯੁਗੀ ਜੀਵਾਂ ਦੇ ਕਲਿਆਣ ਵਾਸਤੇ, ਕਿਉਂਕਿ ਸੰਸਾਰ ਸਮੁੰਦਰ ਹੈ। ਸੰਸਾਰ ਸਮੁੰਦਰ ਤਾਰ ਗੋਬਿੰਦਾ, ਤਾਰ ਲੈ ਬਾਪ ਬੀਟਲਾ। ਭਗਤ ਸਾਹਿਬਾਨ ਨੇ ਬੇਨਤੀ ਕੀਤੀ ਕਿ ਪਰਮੇਸ਼ਵਰ ਇਹ ਸੰਸਾਰ ਸਮੁੰਦਰ ਦੀ ਨਿਆਈ ਹੈ, ਇਸ ਸਮੁੰਦਰ ਦੇ ਵਿੱਚੋਂ ਤੁਸੀਂ ਸਾਡਾ ਕਲਿਆਣ ਕਰੋ, ਪਾਰ ਉਤਾਰਾ ਕਰੋ। ਵਿਸ਼ੇ ਵਿਕਾਰਾਂ ਦੀ ਅੱਗ ਹੈ ਇਹਦੇ ਅੰਦਰ। ਸੋ ਸਤਿਗੁਰੂ ਪਾਤਸ਼ਾਹ ਜੀ ਦੇ ਪਰਥਾਏ ਭੱਟ ਮਥੁਰਾ ਜੀ ਬਖਸ਼ਿਸ਼ ਕਰ ਰਹੇ ਹਨ। ਕਲ ਸਮੁੰਦਰ ਭੈ ਰੂਪ, ਉਸ ਪਰਮਾਤਮਾ ਦਾ ਰੂਪ ਹੋਏ ਹਨ ਗੁਰੂ ਅਰਜਨ ਦੇਵ ਮਹਾਰਾਜ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਉਸ ਪਰਮੇਸ਼ਵਰ ਦਾ ਸਵਰੂਪ ਹੋ। ਪਰਮੇਸ਼ਵਰ ਦੇ ਨਾਮ ਦੇ ਦੁਆਰਾ ਤੁਸੀਂ ਇਸ ਕਲਯੁਗ ਦੇ ਸਮੇਂ ਅੰਦਰ ਕਲਯੁਗੀ ਜੀਵਾਂ ਦੇ ਉਦਾਹਰਣ ਵਾਸਤੇ, ਕਲਿਆਣ ਕਰਨ ਵਾਸਤੇ ਇਸ ਸੰਸਾਰ ਦੇ ਵਿੱਚ ਆਏ ਹੋ। ਇਸੇ ਕਰਕੇ ਗੁਰਮਤਿ ਦੇ ਅੰਦਰ, ਗੁਰਸਿੱਖੀ ਦੇ ਅੰਦਰ, ਸਿੱਖ ਸਮਾਜ ਦੇ ਅੰਦਰ ਅਸੀਂ ਇਹ ਵੇਖਦੇ ਹਾਂ ਬਈ ਪਰਮਾਤਮਾ ਦਾ ਨਾਮ ਹੀ ਕਲਯੁਗ ਦੇ ਅੰਦਰ ਸਭ ਤੋਂ ਉੱਤਮ ਭਗਤੀ ਮੰਨਿਆ ਗਿਆ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਥਾਏ ਪਰਥਾਏ ਇਸ ਗੱਲ ਦਾ ਜ਼ਿਕਰ ਕੀਤਾ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਭੱਟ ਸਾਹਿਬਾਨ ਕਹਿੰਦੇ ਗੁਰ ਅਰਜਨ ਪੁਰਖ ਪ੍ਰਮਾਣ ਪਾਰਥੋ ਚਾਲੈ ਨਾਹੀ। ਗੁਰੂ ਅਰਜਨ ਦੇਵ ਮਹਾਰਾਜ ਉਸ ਪੁਰਖ ਪਰਮੇਸ਼ਵਰ ਦਾ ਪ੍ਰਮਾਣਿਕ ਸਵਰੂਪ ਹਨ। ਚਾਹੇ ਦੁਆਪਰ ਦੇ ਵਿੱਚ ਪਾਰਥੋ ਤੋਂ ਭਾਵ ਇੱਥੇ ਭੱਟ ਸਾਹਿਬਾਨ ਨੇ ਜ਼ਿਕਰ ਕੀਤਾ ਅਰਜਨ ਦਾ, ਕਿ ਇੱਕ ਅਰਜਨ ਵੀ ਹੋਇਆ ਹੈ। ਇੱਕ ਉਹ ਅਰਜਨ ਹੋਇਆ ਹੈ ਜੋ ਕ੍ਰਿਸ਼ਨ ਜੀ ਦੇ ਸਮੇਂ ਮਹਾਭਾਰਤ ਦੇ ਯੁੱਧ ਦੇ ਵਿੱਚ ਬੜਾ ਭਾਰੀ ਯੋਧਾ ਹੋ ਕੇ ਨਿਤਰਿਆ, ਪਰ ਅਖੀਰ ਨੂੰ ਉਹਨਾਂ ਨੂੰ ਵੀ, ਅਰਜਨ ਨੂੰ ਵੀ ਭੀਲਾਂ ਨੇ ਹਰਾ ਦਿੱਤਾ, ਹਾਰ ਗਿਆ। ਉਹ ਲਗਾਤਾਰ ਸਮੁੱਚਾ ਜੀਵਨ ਉਹ ਜਿੱਤਿਆ ਨਹੀਂ ਰਹਿ ਸਕਿਆ, ਪਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੋਈ ਹਰਾ ਨਹੀਂ ਸਕਿਆ। ਚਾਹੇ ਤਤੀ ਤਵੀ ਦਾ ਕਸ਼ਟ ਵੀ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਇਆ, ਪਰ ਫੇਰ ਵੀ ਉਹਨਾਂ ਨੂੰ ਕੋਈ ਡੁਲਾ ਨਹੀਂ ਸਕਿਆ। ਇਸ ਕਰਕੇ ਭੱਟ ਸਾਹਿਬਾਨ ਕਹਿੰਦੇ ਗੁਰ ਅਰਜਨ ਪੁਰਖ ਪ੍ਰਮਾਣ। ਗੁਰੂ ਅਰਜਨ ਹੀ ਪ੍ਰਮਾਣਿਕ ਕਲਯੁਗ ਦੇ ਅੰਦਰ ਜੋ ਗੁਰੂ ਅਰਜਨ ਦੇਵ ਮਹਾਰਾਜ ਹਨ, ਇਹ ਪ੍ਰਤੱਖ ਪਰਮੇਸ਼ਵਰ ਦਾ ਸਵਰੂਪ ਹਨ, ਪਰਮੇਸ਼ਵਰ ਦਾ ਰੂਪ ਹਨ, ਪਰਮੇਸ਼ਵਰ ਦੀ ਜੋਤ ਹਨ। ਜਿਵੇਂ ਥਾਏ ਪਰਥਾਏ ਭੱਟ ਸਾਹਿਬਾਨ ਜੀ ਨੇ ਗੁਰੂ ਜੋਤ ਦੇ ਪਰਥਾਏ ਇਹ ਸ਼ਬਦ ਵਰਤੇ ਕਿ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸੋ ਇਸ ਪ੍ਰਕਾਰ ਭੱਟ ਮਥੁਰਾ ਜੀ ਕਹਿ ਰਹੇ ਹਨ ਕਲ ਸਮੁੰਦਰ ਭੈ ਰੂਪ ਪ੍ਰਗਟ ਹਰ। ਉਹ ਜੋ ਹਰੀ ਹਰ ਪਰਮੇਸ਼ਵਰ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲਾ ਹੈ, ਉਸੇ ਦਾ ਰੂਪ ਹੋ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਤੁਸੀਂ ਪ੍ਰਗਟ ਹੋਏ ਹੋ। ਹਰ ਨਾਮ ਉਦਾਹਰਣ, ਹਰੀ ਹਰ ਪਰਮੇਸ਼ਵਰ ਦੇ ਨਾਮ ਦੇ ਦੁਆਰਾ ਕਲਯੁਗੀ ਜੀਵਾਂ ਦਾ ਕਲਿਆਣ ਕਰਨ ਵਾਸਤੇ। ਅਬ ਕਲੂ ਆਇਓ ਰੇ ਇੱਕ ਨਾਮ ਬੋਵਹੁ ਬੋਵਹੁ। ਸਮੁੱਚੀ ਗੁਰਬਾਣੀ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਨਾਮ ਦਾ ਕਥਨ ਕਰਦੀ ਹੈ। ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਜਪ, ਭਾਈ ਉਸ ਪਰਮੇਸ਼ਵਰ ਨੂੰ ਜੋ ਜਪਨ ਯੋਗ ਹੈ ਉਸ ਦਾ ਜਪ ਕਰੀਏ। ਸਵਾਸ ਸਵਾਸ ਉਸ ਪਰਮੇਸ਼ਵਰ ਦਾ ਜਪ ਕਰੀਏ। ਇੱਕ ਵੀ ਸਵਾਸ ਉਸ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਨਾ ਚਲਾ ਜਾਏ। ਤੇ ਸਤਿਗੁਰ ਕਹਿੰਦੇ ਪਰਮੇਸ਼ਵਰ ਦਾ ਨਾਮ ਹੀ ਕਲਯੁਗ ਦੇ ਅੰਦਰ ਸਭ ਤੋਂ ਵੱਡਾ ਸਹਾਰਾ ਹੈ। ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਜਹ ਪੈਂਡੇ ਮਹ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ। ਬੂਢਤ ਕੋ ਜੈਸੇ ਬੇੜੀ ਮਿਲਤ, ਬੁਝਤ ਦੀਪਕ ਮਿਲਤ ਤਿਲਤ। ਇਸ ਪ੍ਰਕਾਰ ਪਰਮੇਸ਼ਵਰ ਦਾ ਨਾਮ ਕਲਯੁਗ ਦੇ ਅੰਦਰ ਸਭ ਤੋਂ ਸ੍ਰੇਸ਼ਟ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ
ਸਤਿਗੁਰ ਜੀ ਤੋਂ ਬੇਨਤੀ ਕਰਕੇ ਨਾਮ ਦੀ ਜਾਚਨਾ ਕਰਦੇ ਹਨ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ। हे ਪਰਮੇਸ਼ਵਰ ਸਵਰੂਪ ਸਤਿਗੁਰੂ, ਤੁਹਾਡੇ ਸਨਮੁਖ ਸਾਡੀ ਇਹ ਅਰਦਾਸ ਹੈ, ਬੇਨਤੀ ਹੈ, ਬਿਨੋ ਕਰੋ ਗੁਰ ਪਾਸ, ਕਿ ਸਾਨੂੰ ਨਾਮ ਦਾ ਦਾਨ ਬਖਸ਼ਿਸ਼ ਕਰੋ। ਸੋ ਸਤਿਗੁਰ ਪਾਤਸ਼ਾਹ ਜੀ ਦੇ ਪਰਥਾਏ ਭੱਟ ਮੱਥਰਾ ਜੀ ਕਹਿ ਰਹੇ ਹਨ ਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਲਯੁਗ ਦੇ ਸਮੇਂ ਅੰਦਰ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰਨ ਵਾਸਤੇ ਤੁਸੀਂ ਪਰਮੇਸ਼ਵਰ ਦਾ ਰੂਪ ਹੋਏ ਹੋ। ਪਰਮੇਸ਼ਵਰ ਸਵਰੂਪ ਹੋ ਕਰਕੇ ਨਾਮ ਦੇ ਦੁਆਰਾ ਤੁਸੀਂ ਕਲਯੁਗੀ ਜੀਵਾਂ ਦੀ ਕਲਿਆਣ ਕਰਨ ਵਾਸਤੇ ਸੰਸਾਰ ਵਿੱਚ ਪ੍ਰਗਟ ਹੋਏ ਹੋ। ਬਸਹਿ ਸੰਤ ਜਿਸ ਹਿਰਦੈ ਦੁਖ ਦਾਰਿਦਰ ਨਿਵਾਰਨ। ਬਸਹਿ ਸੰਤ ਜਿਸ ਹਿਰਦੈ, ਗੁਰੂ ਰੂਪ ਸੰਤ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਜਾਂਦੇ ਹਨ, ਉਹਨਾਂ ਦੇ ਦੁੱਖ ਅਤੇ ਦਰਿਦਰਤਾ ਦੂਰ ਹੋ ਜਾਂਦੀ ਹੈ। ਉਹਨਾਂ ਦੇ ਸੰਸਾਰਿਕ, ਮਾਨਸਿਕ ਅਤੇ ਦੁਨਿਆਵੀ ਦੁੱਖ ਦੂਰ ਹੋ ਜਾਂਦੇ ਹਨ। ਉਹਨਾਂ ਦੀ ਹਰ ਪ੍ਰਕਾਰ ਦੀ ਜੋ ਦਰਿਦਰਤਾ ਹੈ ਉਹ ਵੀ ਦੂਰ ਹੋ ਜਾਂਦੀ ਹੈ। ਦਰਿਦਰਤਾ ਸਿਰਫ ਧਨ ਦੀ ਨਹੀਂ ਹੋਇਆ ਕਰਦੀ, ਦਰਿਦਰਤਾ ਹਿਰਦੇ ਦੀ ਵੀ ਹੋਇਆ ਕਰਦੀ ਹੈ, ਦਰਿਦਰਤਾ ਮਤ ਦੀ ਵੀ ਹੋਇਆ ਕਰਦੀ ਹੈ, ਦਰਿਦਰਤਾ ਤਨ ਦੀ ਵੀ ਹੋਇਆ ਕਰਦੀ ਹੈ। ਜਿਨ੍ਹਾਂ ਦੀ ਤਨ ਦੇ ਵਿੱਚ ਤੰਦਰੁਸਤੀ ਨਹੀਂ ਹੈ ਉਹ ਤਨ ਕਰਕੇ ਦਰਿਦਰ ਹੋਇਆ ਕਰਦੇ ਹਨ। ਜਿਨ੍ਹਾਂ ਦੇ ਤਨ ਰੋਗੀ ਹਨ ਉਹ ਤਨ ਕਰਕੇ ਦਰਿਦਰ ਹਨ। ਜਿਨ੍ਹਾਂ ਦੀ ਮਤ ਦੇ ਵਿੱਚ ਗਿਆਨ ਨਹੀਂ ਹੈ ਉਹ ਮਤ ਕਰਕੇ ਦਰਿਦਰ ਹਨ, ਗਰੀਬ ਹਨ, ਕਿਉਂਕਿ ਸੋਝੀ ਪੂਰਨ ਤੌਰ ਤੇ ਨਹੀਂ ਹੈ। ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਨਹੀਂ ਹੈ, ਦਇਆ ਨਹੀਂ ਹੈ, ਧਰਮ ਨਹੀਂ ਹੈ, ਉਹ ਮਨ ਕਰਕੇ ਦਰਿਦਰ ਹਨ। ਇਸ ਕਰਕੇ ਕੋਈ ਧਨ ਕਰਕੇ ਦਰਿਦਰ ਹੈ, ਕੋਈ ਤਨ ਕਰਕੇ ਦਰਿਦਰ ਹੈ, ਕੋਈ ਮਨ ਕਰਕੇ ਦਰਿਦਰ ਹੈ। ਪਰ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਰੂਪ ਸੰਤ ਸਤਪੁਰਸ਼ ਵਸਦੇ ਹਨ, ਉਹਨਾਂ ਦੀ ਹਰ ਪ੍ਰਕਾਰ ਦੀ ਜੋ ਦਰਿਦਰਤਾ ਹੈ ਉਹ ਦੂਰ ਹੋ ਜਾਂਦੀ ਹੈ। ਗੁਰੂ ਸਾਹਿਬ ਹਰ ਪ੍ਰਕਾਰ ਦੇ ਦੁੱਖ ਤੇ ਦਰਿਦਰ ਦੂਰ ਕਰ ਦਿੰਦੇ ਹਨ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵ ਹੈ, ਕਾਟੈ ਜਮ ਕੀ ਫੰਦਾ। ਜਮਾਂ ਦਾ ਦੁੱਖ ਵੀ ਜੋ ਗੁਰੂ ਹੈ ਉਹ ਦੂਰ ਕਰ ਦਿੰਦੇ ਹਨ। ਇਸ ਕਰਕੇ ਭੱਟ ਸਾਹਿਬਾਨ ਕਹਿ ਰਹੇ ਹਨ ਕਿ ਸੰਤ ਬਸਹਿ ਸੰਤ ਜਿਸ ਹਿਰਦੈ, ਜਿਨ੍ਹਾਂ ਹਿਰਦਿਆਂ ਦੇ ਵਿੱਚ ਗੁਰੂ ਵਸ ਜਾਂਦਾ ਹੈ, ਗੁਰੂ ਦਾ ਉਪਦੇਸ਼ ਵਸ ਜਾਂਦਾ ਹੈ, ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਆਦਿ ਵਿਆਧੀ ਉਪਾਧੀ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਗਤ ਜਲੰਦੇ ਨੂੰ ਤਾਰਦੇ ਹੋਏ ਮਿੰਟ ਗੁਮਰੀ ਵਾਲੇ ਇਲਾਕੇ ਦੇ ਵਿੱਚ ਵਿਚਰ ਰਹੇ ਹਨ ਤੇ ਪਾਤਸ਼ਾਹ ਜੀ ਇੱਕ ਨਗਰ ਤੋਂ ਬਾਹਰ ਜਦੋਂ ਪਹੁੰਚੇ, ਕੀ ਦੇਖਦੇ ਹਨ ਵੀ ਇੱਕ ਝੁੱਗੀ ਬਣੀ ਹੋਈ ਹੈ, ਛਪਰੀ ਬਣੀ ਹੋਈ ਹੈ, ਉਹਦੇ ਵਿੱਚੋਂ ਆਵਾਜ਼ ਆ ਰਹੀ ਹੈ। ਲੱਗਦਾ ਹੈ ਕੋਈ ਮਨੁੱਖ ਕਰਾਹ ਰਿਹਾ ਹੈ, ਬੜਾ ਦੁੱਖ ਦੇ ਵਿੱਚ ਹੈ। ਗੁਰੂ ਸਾਹਿਬ ਜੀ ਉਸ ਛਪਰੀ ਦੇ ਕੋਲ ਬੈਠੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਮਰਦਾਨਿਆਂ ਰਬਾਬ ਛੇੜ, ਬਾਣੀ ਆਈ ਹੈ। ਭਾਈ ਮਰਦਾਨਾ ਰਬਾਬ ਵਜਾਉਂਦਾ, ਗੁਰੂ ਸਾਹਿਬ ਜੀ ਨੇ ਉੱਥੇ ਸ਼ਬਦ ਉਚਾਰਨ ਕੀਤਾ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਸਤਿਗੁਰ ਪਾਤਸ਼ਾਹ ਜੀ ਦੀ ਬਾਣੀ ਦਾ ਗਾਇਨ ਸੁਣ ਕੇ ਉਸ ਰੋਗੀ ਦੇ ਹਿਰਦੇ ਨੂੰ ਸ਼ਾਂਤੀ ਆ ਗਈ, ਟਿਕਾ ਆ ਗਿਆ। ਤੇ ਭਾਈ ਸੰਤੋਖ ਸਿੰਘ ਜੀ ਉਸ ਘਟਨਾ ਨੂੰ ਆਪਣੇ ਸ਼ਬਦਾਂ ਦੇ ਵਿੱਚ ਲਿਖਦੇ ਹਨ ਕਿ ਇੱਕ ਫਕੀਰ ਦੀ ਝੁੱਗੀ ਦੇ ਵਿੱਚ ਬੈਠਾ ਹੋਇਆ ਉਹ ਰੋਗੀ ਜੋ ਕਰਾਹ ਰਿਹਾ ਸੀ, ਜਦੋਂ ਉਸਨੇ ਗੁਰੂ ਦੇ ਸ਼ਬਦ ਨੂੰ ਸੁਣਿਆ ਤੇ ਉਹਨੂੰ ਉਸਦੇ ਮਨ ਨੂੰ ਸ਼ਾਂਤੀ ਆ ਗਈ। ਤੇ ਉਸਨੇ ਪੁੱਛਿਆ, ਭਾਈ ਤੁਸੀਂ ਕੌਣ ਹੋ ਜਿਨ੍ਹਾਂ ਦੇ ਸ਼ਬਦ ਦੇ ਨਾਲ ਮੇਰਾ ਮਨ ਤੜਪਦਾ ਹੋਇਆ ਟਿਕ ਗਿਆ ਹੈ? ਭਾਈ ਮਰਦਾਨਾ ਕਹਿਣ ਲੱਗੇ, ਇਹ ਨਾਨਕ ਨਿਰੰਕਾਰੀ ਹੈ। ਗੁਰੂ ਸਾਹਿਬ ਕਹਿਣ ਲੱਗੇ, ਮਰਦਾਨਿਆ ਜਲ ਲੈ ਕੇ ਆਓ। ਜਲ ਲੈ ਕੇ ਆਂਦਾ, ਭਾਈ ਮਰਦਾਨੇ ਦੇ ਕੋਲੋਂ ਸਤਿਗੁਰ ਜੀ ਨੇ ਜਲ ਲਿਆ, ਵਾਹਿਗੁਰੂ ਕਹਿ ਕੇ ਉਸ ਕੋੜੀ ਦੇ ਉੱਪਰ, ਉਸ ਝੁੱਗੀ ਦੇ ਵਿੱਚ ਬੈਠੇ ਮਰੀਜ਼ ਦੇ ਉੱਤੇ ਜਦੋਂ ਛਿੱਟਾ ਮਾਰਿਆ ਤੇ ਉਹਦਾ ਰੋਗ ਦੂਰ ਹੋ ਗਿਆ, ਸਰੀਰਕ ਰੋਗ ਦੂਰ ਹੋ ਗਿਆ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਵਿਚਰਦੇ ਹੋਏ ਜਗਤ ਜਲੰਦੇ ਨੂੰ ਤਾਰਦੇ ਹੋਏ ਇੱਕ ਵਾਰ ਜਦੋਂ ਕਿਸੇ ਨਗਰ ਦੇ ਕੋਲ ਪਹੁੰਚੇ, ਭਾਈ ਮਰਦਾਨਾ ਕਹਿਣ ਲੱਗੇ, ਸਤਿਗੁਰੂ ਜੀ ਬੜੀ ਭੁੱਖ ਲੱਗੀ ਹੈ, ਕੁਛ ਛਕਣਾ ਹੈ। ਭਾਈ ਮਰਦਾਨੇ ਨੂੰ ਸਤਿਗੁਰ ਕਹਿਣ ਲੱਗੇ, ਦੇਖੋ ਇੱਥੇ ਆਸ-ਪਾਸ ਕੁਛ ਛਕਣ ਦੇ ਵਾਸਤੇ ਹੈ। ਤੇ ਭਾਈ ਮਰਦਾਨਾ ਕਹਿਣ ਲੱਗੇ, ਸਤਿਗੁਰੂ ਜੀ ਆ ਖੇਤ ਦੇ ਵਿੱਚ ਬਣੀ ਹੋਈ ਛਪਰੀ ਹੈ, ਉੱਥੇ ਚੱਲਦੇ ਹਾਂ। ਜਦੋਂ ਕੋਲ ਜਾ ਕੇ ਦੇਖਿਆ, ਇੱਕ ਬਾਲਕ ਜੋ ਹੈ ਉਹ ਛਪਰੀ ਦੇ ਵਿੱਚ ਬੈਠਾ ਹੋਇਆ ਹੈ। ਬਾਲਕ ਨੂੰ ਜਾ ਕੇ ਸਤਿਗੁਰ ਪੁੱਛਦੇ, ਭਾਈ ਤੇਰੇ ਕੋਲ ਕੋਈ ਛਕਣ ਨੂੰ ਹੈ? ਤੇ ਬਾਲਕ ਨੇ ਬੜੀ ਨਿਮਰਤਾ ਦੇ ਨਾਲ ਕਿਹਾ, ਹੋਰ ਤੇ ਕੁਛ ਨਹੀਂ ਹੈ, ਇਹ ਖੇਤ ਵਿੱਚ ਉੱਗੇ ਹੋਏ ਛੋਲੇ ਹਨ, ਮੈਂ ਇਹੀ ਭੁੰਨ ਕੇ ਆਪ ਜੀ ਨੂੰ ਛਕਾ ਸਕਦਾ ਹਾਂ। ਜਦੋਂ ਛਕਾਏ, ਬੜੀ ਭਾਵਨਾ ਦੇ ਨਾਲ ਗੁਰੂ ਦੀ ਸੇਵਾ ਕੀਤੀ।
ਤੇ ਪਾਤਸ਼ਾਹ ਜੀ ਦੇ ਬਚਨ ਉੱਥੇ ਇਤਿਹਾਸ ਵਿੱਚ ਦਰਜ ਹਨ। ਸੱਥਰ ਤੇਰਾ ਲੇਫ ਨਿਹਾਲੀ, ਭਾਉ ਤੇਰਾ ਪਕਵਾਨ, ਨਾਨਕ ਸਿਫਤੀ ਰੱਜਿਆ, ਆਓ ਬੈਠ ਸੁਲਤਾਨ। ਇਹਨੇ ਸ਼ਬਦ ਜਦੋਂ ਕਹੇ, ਬਾਲਕ ਦਾ ਹਿਰਦਾ ਜੋ ਹੈ ਉਹ ਵਿਰਾਗਮਈ ਹੋ ਗਿਆ। ਉਹ ਨੌਜਵਾਨ ਬੱਚਾ ਵਿਰਾਗੀ ਹੋ ਕੇ ਕਹਿਣ ਲੱਗਾ, ਪਾਤਸ਼ਾਹ ਮੈਂ ਤੇ ਅੱਤ ਦਾ ਦਰਿੱਦਰ ਹਾਂ, ਗਰੀਬ ਹਾਂ, ਮੇਰੇ ਘਰ ਦੇ ਵਿੱਚ ਤੇ ਖਾਣ ਦੇ ਵਾਸਤੇ ਯੋਗ ਭੋਜਨ ਪਦਾਰਥ ਵੀ ਨਹੀਂ ਹਨ, ਤੁਸੀਂ ਮੈਨੂੰ ਸੁਲਤਾਨ ਕਹਿ ਦਿੱਤਾ। ਤੇ ਭਾਈ ਮਰਦਾਨਾ ਕਹਿਣ ਲੱਗੇ, ਬਾਲਕ ਦੇ ਤਾਈ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ, ਬਾਣੀ ਦਾ ਫਰਮਾਨ ਹੈ, ਨਾਨਕ ਦਾਸ ਮੁਖ ਤੇ ਜੋ ਬੋਲੇ, ਈਹਾਂ ਊਹਾਂ ਸੱਚ ਹੋਵੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕਹੇ ਹੋਏ ਬਚਨ ਨਾ ਤੇ ਇਸ ਜਹਾਨ ਦੇ ਵਿੱਚ ਟਲਦੇ ਹਨ ਤੇ ਨਾ ਹੀ ਪਰਲੋਕ ਦੇ ਵਿੱਚ ਕੋਈ ਉਹਨਾਂ ਨੂੰ ਮੇਟ ਸਕਦਾ ਹੈ। ਈਹਾਂ ਊਹਾਂ ਸੱਚ ਹੋਵੇ। ਸੋ ਇਸ ਪ੍ਰਕਾਰ ਭੱਟ ਸਹਿਬਾਨ ਕਹਿ ਰਹੇ ਹਨ, ਬਸਹਿ ਸੰਤ ਜਿਸ ਹਿਰਦੈ, ਦੁੱਖ ਦਾ ਰਿਦਰ ਨਿਵਾਰਣ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗੁਰੂ ਵਸਦਾ ਹੈ, ਗੁਰੂ ਦਾ ਉਪਦੇਸ਼ ਵਸਦਾ ਹੈ, ਉਹਨਾਂ ਦੀ ਦੁੱਖ ਤੇ ਦਰਿਦਰਤਾ ਦੂਰ ਹੋ ਜਾਂਦੀ ਹੈ। ਦੁੱਖ ਸੰਸਾਰ ਦੇ ਵਿੱਚ ਵਿਆਪਕ ਹੈ। ਦੁੱਖ ਸਭ ਤੋਂ ਵੱਡਾ ਰੋਗ ਹੈ। ਕਈ ਪ੍ਰਕਾਰ ਦੇ ਦੁੱਖਾਂ ਦੇ ਵਿੱਚ ਮਨੁੱਖੀ ਜੀਵਨ ਪਰਮੇਸ਼ਵਰ ਤੋਂ ਟੁੱਟਿਆ ਹੋਇਆ ਹੈ। ਪਰ ਜਦੋਂ ਅਸੀਂ ਪਰਮੇਸ਼ਵਰ ਦੇ ਨਾਲ ਗੁਰੂ ਦੇ ਦੁਆਰਾ ਜੁੜਦੇ ਹਾਂ ਤੇ ਸਾਡੇ ਹਿਰਦੇ ਦੇ ਵਿੱਚੋਂ ਦੁੱਖ ਦੂਰ ਹੋ ਜਾਂਦੇ ਹਨ, ਕਿਉਂਕਿ ਦੁੱਖ ਸਾਡੇ ਮਨ ਦੀ ਅਵਸਥਾ ਹੈ। ਅਕਸਰ ਮਨੁੱਖ ਇਹ ਸੋਚਦਾ ਹੈ ਵੀ ਦੁੱਖ ਦਾ ਸੰਬੰਧ ਪਦਾਰਥ ਦੇ ਨਾਲ ਹੈ। ਪਦਾਰਥ ਦੇ ਨਾਲ ਦੁੱਖ ਦਾ ਸੰਬੰਧ ਨਹੀਂ ਹੈ। ਦੁੱਖ ਦਾ ਜੇ ਸੰਬੰਧ ਹੈ ਤੇ ਮਨੁੱਖ ਦੇ ਮਨ ਦੇ ਨਾਲ ਹੈ। ਜੇ ਪਦਾਰਥਾਂ ਕਰਕੇ ਕੋਈ ਸੁਖੀ ਹੋ ਸਕਦਾ ਤੇ ਸੰਸਾਰ ਦੇ ਅੰਦਰ ਕੋਈ ਦੁਖੀ ਹੀ ਨਾ ਹੁੰਦਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ, ਪਾਤਸ਼ਾਹ ਜੀ ਦੀ ਬਾਣੀ ਦਾ ਫਰਮਾਨ ਹੈ ਕਿ ਇਸ ਸੰਸਾਰ ਦੇ ਅੰਦਰ ਮਨੁੱਖ ਸੁਖ ਦੀ ਜਾਚਨਾ ਤੇ ਕਰਦਾ ਹੈ, ਲੇਕਿਨ ਸੁਖ ਮੰਗਣ ਦੇ ਬਾਵਜੂਦ ਵੀ ਉਸ ਦਾ ਦੁੱਖ ਜੋ ਹੈ ਉਹ ਦੂਰ ਨਹੀਂ ਹੁੰਦਾ। ਸੁਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੈ ਦੁਆਰ ਸਵਾਨ ਜਿਉ ਡੋਲਤ, ਨਹਿ ਸੁਧ ਰਾਮ ਭਜਨ ਕੀ। ਜਿਸ ਰਾਮ ਦੇ ਦੁਆਰਾ ਸਾਰੇ ਦੁੱਖ ਦੂਰ ਹੋਣੇ ਹਨ, ਜਿਸ ਰਮੇ ਹੋਏ ਪਰਮੇਸ਼ਵਰ ਦੇ ਦੁਆਰਾ ਸਾਰੇ ਦੁੱਖ ਦੂਰ ਹੋਣੇ ਹਨ, ਉਸ ਪਰਮੇਸ਼ਵਰ ਦਾ ਸਿਮਰਨ ਨਹੀਂ ਕਰਦਾ, ਉਸ ਗੁਰੂ ਦੀ ਸੰਗਤ ਨਹੀਂ ਕਰਦਾ ਜੋ ਸਾਰੇ ਸੁੱਖਾਂ ਦਾ ਦਾਤਾ ਹੈ। ਜਿਤੜੇ ਫਲ ਮਨ ਬਾਂਚੀਐ ਹੈ, ਤਿਤੜੇ ਸਤਿਗੁਰ ਪਾਸ। ਪਾਤਸ਼ਾਹ ਜੀ ਦੀ ਬਾਣੀ ਦਾ ਫਰਮਾਨ ਹੈ, ਮਨ ਜਿੰਨੀਆਂ ਵੀ ਤੇਰੀਆਂ ਇੱਛਾਵਾਂ ਹਨ, ਜਿੰਨੇ ਵੀ ਪਦਾਰਥਾਂ ਦੀ ਤੈਨੂੰ ਲੋੜ ਹੈ, ਜਿੰਨੇ ਵੀ ਪਦਾਰਥ ਤੂੰ ਮੰਗਦਾ ਹੈ, ਜੋ ਵੀ ਤੇਰੀ ਲੋੜ ਹੈ, ਉਹ ਸਾਰੀ ਗੁਰੂ ਸਾਹਿਬ ਪੂਰਨ ਕਰਨ ਦੇ ਵਿੱਚ ਸਮਰੱਥ ਹਨ। ਗੁਰੂ ਸਮਰੱਥ ਹੈ। ਗੁਰੂ ਪਰਮੇਸ਼ਵਰ ਦਾ ਰੂਪ ਹੈ। ਗੁਰ ਪਰਮੇਸ਼ਵਰ ਏਕੋ ਜਾਣ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਪਾਤਸ਼ਾਹ ਜੀ ਨੇ ਕਿਹਾ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਮਨੁੱਖ ਤੂੰ ਇੰਨਾ ਅਮੀਰ ਹੈ, ਤੂੰ ਇੰਨਾ ਸੁਖੀ ਹੈ, ਆਨੰਦਮਈ ਜੀਵਨ ਮਨੁੱਖ ਨੂੰ ਪਰਮੇਸ਼ਵਰ ਨੇ ਦਿੱਤਾ ਹੈ, ਲੇਕਿਨ ਆਪਣੀ ਅਗਿਆਨਤਾ ਕਰਕੇ ਮਨੁੱਖ ਚਿੰਤਾ ਵਿੱਚ ਰਹਿੰਦਾ ਹੈ। ਆਪਣੀ ਅਗਿਆਨਤਾ ਕਰਕੇ ਮਨੁੱਖ ਭੈ ਵਿੱਚ ਰਹਿੰਦਾ ਹੈ, ਡਰ ਵਿੱਚ ਰਹਿੰਦਾ ਹੈ। ਆਪਣੀ ਅਗਿਆਨਤਾ ਕਰਕੇ ਮਨੁੱਖ ਜੋ ਹੈ ਉਹ ਸੁਖ, ਉਹ ਆਨੰਦ ਨਹੀਂ ਮਾਣ ਸਕਦਾ ਜੋ ਸਾਨੂੰ ਪਰਮੇਸ਼ਵਰ ਨੇ ਬਖਸ਼ਿਸ਼ ਕੀਤਾ ਹੈ। ਪਰਮੇਸ਼ਵਰ ਨੇ ਮਨੁੱਖ ਨੂੰ ਸਭ ਤੋਂ ਸ੍ਰੇਸ਼ਟ ਯੋਨੀ ਬਖਸ਼ਿਸ਼ ਕੀਤੀ ਹੈ, ਸਭ ਤੋਂ ਸ੍ਰੇਸ਼ਟ ਅਵਸਰ ਦਿੱਤਾ ਹੈ। ਇਸੇ ਕਰਕੇ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ, ਸਤਿਗੁਰ ਕਹਿੰਦੇ, ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮਹਿ ਤੇਰੀ ਸਿੱਖਦਾਰੀ। ਤੂੰ ਧਰਤੀ ਦਾ ਸਰਦਾਰ ਹੈ, ਤੂੰ ਧਰਤੀ ਦਾ ਮਾਲਕ ਹੈ। ਪਰਮੇਸ਼ਵਰ ਤੋਂ ਬਾਅਦ ਧਰਤੀ ਦੇ ਉੱਤੇ ਅਗਰ ਕੋਈ ਜੀਵ ਤਾਕਤਵਰ ਹੈ ਤੇ ਉਹ ਪਰਮੇਸ਼ਵਰ ਤੋਂ ਬਾਅਦ ਮਨੁੱਖ ਹੀ ਹੈ। ਮਨੁੱਖ ਪਰਮੇਸ਼ਵਰ ਦੀ ਸੰਤਾਨ ਹੈ, ਬਾਕੀ ਸਾਰੇ ਉਹਦੇ ਦਾਸ ਹਨ, ਸੇਵਕ ਹਨ। ਪਰ ਮਨੁੱਖ ਨੂੰ ਆਪਣੀ ਅਗਿਆਨਤਾ ਕਰਕੇ ਇਸ ਗੱਲ ਦੀ ਸਮਝ ਨਹੀਂ ਹੈ, ਇਸ ਕਰਕੇ ਦੁਖੀ ਹੁੰਦਾ ਹੈ। ਪਾਤਸ਼ਾਹ ਜੀ ਨੂੰ ਕਹਿਣਾ ਪਿਆ, ਜੋ ਮੰਗੈ ਤਉ ਮੰਗੈ ਬੀਆ, ਤਾਂ ਤੇ ਸੂਖ ਨਾ ਕਬਹੂ ਥੀਆ। ਜਦੋਂ ਵੀ ਮੰਗਦਾ ਹੈ ਹੋਰ ਮੰਗਦਾ ਹੈ, ਇਸੇ ਕਰਕੇ ਸੁਖੀ ਨਹੀਂ ਹੋ ਰਿਹਾ। ਇਹ ਸੋਚਦਾ ਹੈ ਪਦਾਰਥ ਦੇ ਵਿੱਚ ਸੁੱਖ ਹੈ, ਪਰਿਵਾਰ ਦੇ ਵਿੱਚ ਸੁੱਖ ਹੈ, ਰੁਤਬੇ ਦੇ ਵਿੱਚ ਸੁੱਖ ਹੈ, ਜਾਇਦਾਦਾਂ ਦੇ ਵਿੱਚ ਸੁੱਖ ਹੈ। ਨਾ ਕੋਈ ਪਰਿਵਾਰ ਕਰਕੇ ਸੁਖੀ ਹੋਇਆ, ਨਾ ਕੋਈ ਜਾਇਦਾਦ ਕਰਕੇ ਸੁਖੀ ਹੋਇਆ, ਨਾ ਕੋਈ ਰੁਤਬੇ ਲੈ ਕੇ ਸੁਖੀ ਹੋਇਆ, ਨਾ ਕੋਈ ਧਨ ਲੈ ਕੇ ਸੁਖੀ ਹੋਇਆ। ਸੁਖ ਜਿਸ ਨੂੰ ਵੀ ਮਿਲਣਾ ਹੈ ਉਹ ਨਾਮ ਦੇ ਵਿੱਚੋਂ ਮਿਲਣਾ ਹੈ। ਸੁਖ ਨਾਮ ਦੇ ਵਿੱਚ ਹੈ। ਸਰਬ ਸੁਖਾ
ਹਰ ਹਰ ਗੁਣ ਗਾਏ। ਇਸ ਕਰਕੇ ਸਤਿਗੁਰ ਕਹਿੰਦੇ ਸਵਾਸ ਸਵਾਸ ਹਰ ਨਾਮ ਜਪ। हे ਭਾਈ ਉਸ ਪਰਮੇਸ਼ਵਰ ਦਾ ਸਿਮਰਨ ਕਰ, ਸਵਾਸ ਸਵਾਸ ਜਪਿਆ ਕਰ। ਵਾਹਿਗੁਰੂ 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 ਵਾਹਿਗੁਰੂ। ਸ਼ਬਦ ਹੀ ਗੁਰੂ ਹੈ ਅਤੇ ਗੁਰੂ ਹੀ ਪਰਮੇਸ਼ਵਰ ਹੈ। ਸ਼ਬਦ ਨੂੰ ਹਿਰਦੇ ਵਿੱਚ ਵਸਾ ਲਿਆ ਤੇ ਸਮਝੋ ਪਰਮੇਸ਼ਵਰ ਨੂੰ ਹਿਰਦੇ ਵਿੱਚ ਵਸਾ ਲਿਆ। ਤੇ ਜਿਸ ਹਿਰਦੇ ਵਿੱਚ ਪਰਮੇਸ਼ਵਰ ਦਾ ਵਾਸ ਹੈ ਉੱਥੇ ਦੁੱਖ ਨਹੀਂ ਆ ਸਕਦਾ, ਕਿਉਂਕਿ ਪਰਮੇਸ਼ਵਰ ਆਨੰਦਮਈ ਹੈ। ਇਸੇ ਕਰਕੇ ਪਾਤਸ਼ਾਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆਂ। ਉਹਨਾਂ ਦੇ ਮਨ ਅੰਦਰ ਵਧਾਈਆਂ ਖੁਸ਼ੀਆਂ ਹਮੇਸ਼ਾ ਟਿਕ ਜਾਂਦੀਆਂ ਹਨ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗੁਰੂ ਦਾ ਉਪਦੇਸ਼ ਵਸਦਾ ਹੈ, ਗੁਰੂ ਦਾ ਸ਼ਬਦ ਵਸਦਾ ਹੈ। ਅਸੀਂ ਆਪਣੇ ਮਨ ਦੀ ਮੱਤ ਨੂੰ ਤਿਆਗ ਕਰਕੇ ਗੁਰੂ ਦੀ ਮੱਤ ਨੂੰ ਲੈਣ ਵਾਸਤੇ ਸਤਿਗੁਰ ਦੇ ਦਰ ਤੇ ਆਉਂਦੇ ਹਾਂ। ਭਾਈ ਸਾਹਿਬ ਜੀ ਸਿੰਘ ਸਾਹਿਬ ਜੀ ਨੇ ਆਪ ਜੀ ਨਾਲ ਰਾਫਤਾ ਪਾਇਆ ਹੈ ਕਿ ਇਹ ਚਟਸਾਲ ਹੈ, ਇੱਕ ਵਿਦਿਅਕ ਅਦਾਰਾ ਹੈ। ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾਂ। ਇੱਥੇ ਅਸੀਂ ਆਪਣੀ ਮੱਤ ਨਹੀਂ ਵਰਤਣੀ, ਗੁਰੂ ਦੀ ਮੱਤ ਲੈਣੀ ਹੈ, ਗੁਰੂ ਦਾ ਉਪਦੇਸ਼ ਗ੍ਰਹਿਣ ਕਰਨਾ ਹੈ। ਇੱਥੇ ਆਉਣ ਦਾ ਮਨੋਰਥ ਇਹ ਹੋਣਾ ਚਾਹੀਦਾ ਹੈ ਵੀ ਅਸੀਂ ਗੁਰੂ ਘਰ ਜਾਂਦੇ ਹਾਂ, ਉੱਥੋਂ ਸਿੱਖ ਕੇ ਕੀ ਆਉਂਦੇ ਹਾਂ, ਕੀ ਸਿੱਖਿਆ ਹੈ, ਕੀ ਵਾਧਾ ਹੋਇਆ ਹੈ ਸਾਡੇ ਜੀਵਨ ਦੇ ਵਿੱਚ, ਕੀ ਮਿਲਿਆ ਹੈ ਸਾਨੂੰ ਗੁਰੂ ਦੇ ਕੋਲੋਂ। ਇਸ ਗੱਲ ਦਾ ਅਸੀਂ ਵਿਸ਼ਲੇਸ਼ਣ ਕਰਨਾ ਹੈ, ਹਰ ਰੋਜ਼ ਕਰਨਾ ਹੈ। ਅੱਜ ਸਤਿਗੁਰ ਨੇ ਸਾਨੂੰ ਕੀ ਉਪਦੇਸ਼ ਕੀਤਾ ਹੈ। ਹਰ ਰੋਜ਼ ਸਤਿਗੁਰੂ ਸਾਨੂੰ ਹੁਕਮ ਰੂਪ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਾਡੇ ਵਾਸਤੇ ਮਾਰਗ ਦਰਸ਼ਨ ਹੈ। ਭੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ। ਗੁਰੂ ਮਾਰਗ ਦਰਸ਼ਨ ਕਰਦਾ ਹੈ, ਗੁਰੂ ਸਾਨੂੰ ਰਸਤਾ ਦੱਸਦਾ ਹੈ, ਕਿਸ ਸਮੇਂ ਕਿਸ ਹਾਲਾਤ ਦੇ ਵਿੱਚ ਅਸੀਂ ਕਿਸ ਪ੍ਰਕਾਰ ਆਪਣੇ ਆਪ ਨੂੰ ਬਦਲ ਸਕਦੇ ਹਾਂ, ਢਾਲ ਸਕਦੇ ਹਾਂ। ਗੁਰੂ ਨੂੰ ਸਮਰਪਿਤ ਹੋ ਕੇ ਅਸੀਂ ਆਪਣੇ ਜੀਵਨ ਦੇ ਆਨੰਦ ਨੂੰ ਪ੍ਰਾਪਤ ਕਰਨਾ ਹੈ। ਇਸ ਗੱਲ ਤੋਂ ਬਿਨਾਂ, ਪ੍ਰਮਾਤਮਾ ਦੇ ਗਿਆਨ ਤੋਂ ਬਿਨਾਂ, ਗੁਰੂ ਦੀ ਕਿਰਪਾ ਤੋਂ ਬਿਨਾਂ ਕਿਸੇ ਨੂੰ ਸੁੱਖ ਨਹੀਂ ਮਿਲਿਆ, ਕਿਸੇ ਦੀ ਦਰਿਦਰਤਾ ਦੂਰ ਨਹੀਂ ਹੋਈ। ਧਨ ਕਰਕੇ ਤੁਸੀਂ ਬੜੇ ਵੱਡੇ ਵੱਡੇ ਅਮੀਰ ਦੇਖੇ ਹੋਣਗੇ, ਪਰ ਮਨ ਕਰਕੇ ਉਹ ਦਰਿਦਰ ਨਜ਼ਰ ਆਉਂਦੇ ਹਨ, ਗਰੀਬ ਨਜ਼ਰ ਆਉਂਦੇ ਹਨ। ਮਨ ਕਰਕੇ ਉਹਨਾਂ ਦੀ ਦਰਿਦਰਤਾ ਦੂਰ ਨਹੀਂ ਹੁੰਦੀ, ਅਕਲ ਕਰਕੇ ਉਹਨਾਂ ਦੀ ਦਰਿਦਰਤਾ ਦੂਰ ਨਹੀਂ ਹੁੰਦੀ। ਮਨੁੱਖ ਸੋਚਦਾ ਹੈ ਵੀ ਧਨ ਹੀ ਦਰਿਦਰਤਾ ਦਾ ਲੱਛਣ ਹੈ, ਵੀ ਧਨ ਨਹੀਂ ਹੈ ਤੇ ਬੰਦਾ ਗਰੀਬ ਹੈ। ਅਕਲ ਕਰਕੇ ਵੀ ਬੰਦਾ ਗਰੀਬ ਹੁੰਦਾ ਹੈ, ਮੱਤ ਤੋਂ ਵੀ ਗਰੀਬ ਹੁੰਦਾ ਹੈ, ਤੰਦਰੁਸਤੀ ਵੱਲੋਂ ਵੀ ਗਰੀਬ ਹੁੰਦਾ ਹੈ। ਹਰ ਵੇਲੇ ਦਾ ਰੋਗੀ ਤੰਦਰੁਸਤੀ ਵੱਲੋਂ ਗਰੀਬ ਹੈ, ਤਨ ਕਰਕੇ ਗਰੀਬ ਹੈ। ਇਸ ਕਰਕੇ ਗੁਰੂ ਸਾਹਿਬ ਜੀ ਦੇ ਪਰਥਾਏ ਭੱਟ ਸਾਹਿਬਾਨ ਕਹਿੰਦੇ ਹਨ, ਬਸ ਹੈ ਸੰਤ ਜਿਸ ਹਿਰਦੈ। ਇਹ ਦੁਨੀਆ ਦੇ ਲੋਕੋ, ਜਿਨ੍ਹਾਂ ਦੇ ਹਿਰਦੇ ਅੰਦਰ ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦੁਆਰਾ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਿਆ, ਉਹਨਾਂ ਦੇ ਮਨ ਵਿੱਚ ਨਾ ਦੁੱਖ ਰਹੇ ਨਾ ਦਰਿਦਰਤਾ ਰਹੀ ਹੈ। ਉਹਨਾਂ ਦੇ ਮਨ ਵਿੱਚੋਂ ਦੁੱਖ ਵੀ ਦੂਰ ਹੋ ਗਏ ਤੇ ਦਰਿਦਰਤਾ ਵੀ ਦੂਰ ਹੋ ਗਈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਦਿਨ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ ਤੇ ਸਤਿਗੁਰੂ ਜੀ ਨੇ ਐਲਾਨੀਆਂ ਇਹ ਕਹਿ ਦਿੱਤਾ ਕਿ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੁੱਟ ਅਤੋਲ। ਖਾਵਹਿ ਖਰਚਹਿ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਇਹ ਐਸਾ ਨਾਮ ਦਾ ਖਜ਼ਾਨਾ ਹੈ, ਇਹ ਐਸਾ ਗਿਆਨ ਦਾ ਖਜ਼ਾਨਾ ਹੈ, ਇਹ ਐਸਾ ਬਰਕਤਾਂ ਦਾ ਖਜ਼ਾਨਾ ਹੈ, ਐਸਾ ਬਖਸ਼ਿਸ਼ਾਂ ਦਾ ਖਜ਼ਾਨਾ ਹੈ। ਇਹਦੇ ਚੋਂ ਜਿੰਨਾ ਵਰਤੋਗੇ ਓਨਾ ਵੱਧਦਾ ਜਾਏਗਾ, ਇਹਦੇ ਚੋਂ ਜਿੰਨਾ ਲਵੋਗੇ ਓਨਾ ਹੋਰ ਭਰ ਜਾਏਗਾ। ਇਹ ਮੁੱਕਣ ਵਾਲਾ ਨਹੀਂ ਹੈ, ਇਹ ਸਮਾਪਤ ਹੋਣ ਵਾਲਾ ਨਹੀਂ ਹੈ। ਬਸ ਇੱਕੋ ਸ਼ਰਤ ਹੈ, ਬਸ ਹੈ ਸੰਤ ਜਿਸ ਹਿਰਦੈ। ਜਿਨ੍ਹਾਂ ਦੇ ਹਿਰਦੇ ਅੰਦਰ ਗੁਰੂ ਵਸ ਗਿਆ, ਮਨ ਦੀ ਮੱਤ ਨੂੰ ਤਿਆਗਣਾ ਹੈ, ਗੁਰੂ ਦੀ ਮੱਤ ਨੂੰ ਧਾਰਨ ਕਰਨਾ ਹੈ। ਗੁਰ ਕੀ ਮੱਤ ਤੂੰ ਲੇਹ ਇਆਨੇ,
ਭਗਤ ਬਿਨਾ ਬਹੁ ਡੂਬੇ ਸਿਆਣੇ। ਸਾਡੀ ਹਾਲਤ ਕੈਸੀ ਹੈ? ਹਮ ਅਵਗਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ। ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਣਿਓ ਗੁਰ ਸੰਗਤ। ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ। ਗੁਰ ਰਾਮਦਾਸ ਰਾਖਹੁ ਸ਼ਰਨਾਈ। ਭੱਟ ਸਾਹਿਬਾਨ ਕਹਿੰਦੇ, ਹੇ ਭਾਈ, ਹੇ ਦੁਨੀਆ ਦੇ ਲੋਗੋ, ਕਲਯੁਗ ਦੇ ਅੰਦਰ ਅਗਰ ਪਾਰ ਉਤਾਰਾ ਕਰਨਾ ਹੈ, ਕਲਯੁਗ ਦੇ ਅੰਦਰ ਅਗਰ ਸੰਸਾਰ ਸਾਗਰ ਤੋਂ ਤਰਨਾ ਹੈ, ਤੇ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਆਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਓ, ਕਿਉਂਕਿ ਇਹ ਸ਼ਰਨ ਪਰਮੇਸ਼ਵਰ ਦੀ ਹੈ, ਇਹ ਸ਼ਰਨ ਅਕਾਲ ਦੀ ਹੈ, ਇਹ ਪਰਮੇਸ਼ਵਰ ਨਿਰੰਕਾਰ ਦੀ ਸ਼ਰਨ ਹੈ, ਇਹ ਪਰਮੇਸ਼ਵਰ ਦਾ ਦਰ ਹੈ, ਇਹ ਸਾਰਿਆਂ ਦਾ ਸਾਂਝਾ ਹੈ। ਭੱਟ ਸਾਹਿਬਾਨ ਬੜੇ ਵਿਦਵਾਨ ਆਲਮ ਫਾਜ਼ਿਲ ਪੁਰਸ਼ ਹੋਏ ਹਨ, ਜਿਨ੍ਹਾਂ ਨੇ ਜਦੋਂ ਸਤਿਗੁਰ ਜੀ ਦੇ ਕੋਲ ਆ ਕੇ ਸਤਿਗੁਰ ਜੀ ਦੇ ਆਚਰਣ ਨੂੰ ਅਤੇ ਉਪਦੇਸ਼ ਨੂੰ ਦੇਖਿਆ ਤੇ ਸਤਿਗੁਰ ਜੀ ਦੇ ਜੀਵਨ ਅਤੇ ਉਪਦੇਸ਼ ਤੋਂ ਬਹੁਤ ਪ੍ਰਭਾਵਿਤ ਹੋਏ। ਇਸੇ ਕਰਕੇ ਉਹਨਾਂ ਨੂੰ ਕਹਿਣਾ ਪਿਆ, ਰਹਿਓ ਸੰਤ ਹਉ ਟੋਲ, ਸਾਧ ਬਹੁ ਤੇਰੇ ਡਿਠੇ। ਸੰਨਿਆਸੀ ਤਪਸੀਹ, ਮੁਖੋਂ ਇਹ ਪੰਡਤ ਮਿੱਠੇ। ਬਰਸ ਏਕ ਹਉ ਫਿਰਿਓ, ਕਿਨਹੁ ਨਹੁ ਪਰਚਉ ਲਾਇਓ। ਕਹਿਤੀ ਅਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਹੁਣ ਗੱਲਾਂ ਵਾਲੇ ਤੇ ਅੱਜ ਵੀ ਬਹੁਤ ਹਨ, ਗੱਲਾਂ ਬਹੁਤ ਚੰਗੀਆਂ ਕਰਦੇ ਹਨ, ਵਿਦਵਾਨ ਲੱਗਣਗੇ, ਗਿਆਨੀ ਲੱਗਣਗੇ, ਲੇਕਿਨ ਜਦੋਂ ਆਚਰਣ ਦੀ ਗੱਲ ਆਉਂਦੀ ਹੈ ਤੇ ਉੱਥੇ ਆਚਰਣ ਦੇ ਵਿੱਚ ਉਹਨਾਂ ਦੇ ਪੱਲੇ ਕੁਛ ਨਹੀਂ ਹੁੰਦਾ। ਇਹ ਫਰਕ ਹੈ ਦੁਨੀਆ ਦੇ ਉੱਤੇ। ਗੱਲਾਂ ਕਰਕੇ ਵਿਦਵਾਨ ਬਣਨਾ ਬਹੁਤ ਸੌਖਾ ਹੈ, ਗੱਲਾਂ ਦੇ ਨਾਲ ਵਿਦਵਾਨ ਹੋਣਾ, ਆਪਣੇ ਆਪ ਨੂੰ ਵਿਦਵਾਨ ਸਾਬਤ ਕਰਨਾ ਬਹੁਤ ਸੌਖਾ ਹੈ, ਲੇਕਿਨ ਉਸ ਗਿਆਨ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਬਹੁਤ ਮੁਸ਼ਕਿਲ ਹੈ। ਉਸ ਗਿਆਨ ਦੇ ਉੱਤੇ ਆਪਣਾ ਜੀਵਨ ਚਲਾਉਣਾ ਜੋ ਹੈ ਉਹ ਬਹੁਤ ਮੁਸ਼ਕਿਲ ਹੈ, ਲੇਕਿਨ ਗੁਰੂ ਸਾਹਿਬ ਜੀ ਨੇ ਜੋ ਕਹਿਆ ਉਹ ਕਰਕੇ ਵਿਖਾਇਆ ਹੈ। ਇੱਕ ਇੱਕ ਸ਼ਬਦ ਸਤਿਗੁਰ ਜੀ ਨੇ ਆਪਣੇ ਜੀਵਨ ਦੇ ਅੰਦਰ ਕਮਾ ਕੇ ਦਿਖਾਇਆ। ਇਸ ਕਰਕੇ ਭੱਟ ਸਾਹਿਬਾਨ ਕਹਿੰਦੇ ਕਿ ਰਹਿਓ ਸੰਤ ਹਉ ਟੋਲ, ਸਾਧ ਬਹੁ ਤੇਰੇ ਡਿਠੇ। ਸੰਨਿਆਸੀ ਤਪਸੀਹ, ਮੁਖੋਂ ਇਹ ਪੰਡਤ ਮਿੱਠੇ। ਬਰਸ ਏਕ ਹਉ ਫਿਰਿਓ, ਕਿਨਹੁ ਨਹੁ ਪਰਚਉ ਲਾਇਓ। ਕਹਿੰਦੇ ਬਰਸ 1 ਸਾਲ ਹੋ ਗਿਆ ਸੀ ਸਾਨੂੰ ਫਿਰਦਿਆਂ ਹੋਇਆਂ ਨੂੰ, ਪਰ ਪਰਚਾਵਾ ਨਹੀਂ ਆਇਆ, ਤਸੱਲੀ ਨਹੀਂ ਹੋਈ, ਮਨ ਨਹੀਂ ਟਿਕਿਆ ਕਿਤੇ ਵੀ। ਪਰ ਹੇ ਸਤਿਗੁਰੂ, ਜਦੋਂ ਤੁਹਾਡੀ ਸ਼ਰਨ ਵਿੱਚ ਆਏ ਹਾਂ ਤੇ ਸਾਡਾ ਮਨ ਟਿਕ ਗਿਆ ਹੈ, ਕਿਉਂਕਿ ਅਸੀਂ ਕਥਨੀ ਤੇ ਕਰਨੀ ਦੇ ਵਿੱਚ ਅੰਤਰ ਨਹੀਂ ਦੇਖਦੇ। ਇਸੇ ਕਰਕੇ ਜਿਨ੍ਹਾਂ ਗੁਰਸਿੱਖਾਂ ਨੇ ਗੁਰਮਤਿ ਕਮਾਈ ਹੈ, ਉਹਨਾਂ ਦੀ ਕਥਨੀ ਤੇ ਕਰਨੀ ਦੇ ਵਿੱਚ ਫਰਕ ਨਹੀਂ ਆਉਣਾ ਚਾਹੀਦਾ। ਸਿੱਖ ਦਾ ਫਰਜ਼ ਹੈ, ਜੋ ਗੁਰੂ ਨੇ ਸਾਨੂੰ ਉਪਦੇਸ਼ ਕੀਤਾ ਹੈ, ਅਸੀਂ ਉਸ ਨੂੰ ਆਪਣੇ ਜੀਵਨ ਦੇ ਅੰਦਰ ਕਮਾਉਣਾ ਹੈ, ਕਮਾਉਣ ਦਾ ਯਤਨ ਕਰਨਾ ਹੈ। ਸਾਡੇ ਅੰਦਰ ਇੰਨੀ ਸਮਰੱਥਾ ਨਹੀਂ ਹੈ, ਪਰ ਅਸੀਂ ਅਰਦਾਸ ਕਰਨੀ ਹੈ, ਸਤਿਗੁਰ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਅਸੀਂ ਅਰਦਾਸ ਕਰ ਸਕਦੇ ਹਾਂ, ਬੇਨਤੀ ਕਰ ਸਕਦੇ ਹਾਂ, ਸਤਿਗੁਰ ਸਾਡੇ ਅੰਦਰ ਕੋਈ ਸਮਰੱਥਾ ਨਹੀਂ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਹ ਅਰਦਾਸ ਸਾਡੀ ਜ਼ਰੂਰ ਹੋਵੇ, ਇਹ ਯਤਨ ਜ਼ਰੂਰ ਕਰੀਏ, ਬੇਨਤੀ ਜ਼ਰੂਰ ਕਰਦੇ ਰਹੀਏ। ਇਹ ਵੀ ਇੱਕ ਗਿਆਨ ਦਾ ਪ੍ਰਤੀਕ ਹੈ। ਜੇ ਮਨੁੱਖ ਆਇਆ ਬੈਠਾ, ਸੁਣਿਆ ਤੇ ਸੁਣ ਕੇ ਚਲਾ ਗਿਆ, ਕਮਾਇਆ ਨਹੀਂ ਹੈ, ਤੇ ਐਸਾ ਆਉਣਾ ਵੀ ਜੀਵਨ ਦੇ ਅੰਦਰ। ਸਤਿਗੁਰ ਕਹਿੰਦੇ ਜਿਨ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ। ਜੇ ਕਮਾਇਆ ਹੀ ਨਹੀਂ ਹੈ, ਚੇਤਾ ਹੀ ਨਹੀਂ ਕੀਤਾ, ਤੇ ਫਿਰ ਐਸੇ ਕਰਮ ਦਾ ਕੀ ਲਾਭ ਹੈ। ਧਰਮ ਕਰਮ ਪਾਖੰਡ ਜੋ ਦੀਸਹਿ, ਤਿਨ ਜਮ ਜਾਗਾਤੀ ਲੂਟਹਿ। ਨਿਰਵਾਣ ਕੀਰਤਨ ਗਾਵਹੁ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟਹਿ। ਸੋ ਭੱਟ ਸਾਹਿਬਾਨ ਕਹਿ ਰਹੇ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਸ਼ਬਦ ਵਸਦਾ ਹੈ, ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਹੈ ਭਾਈ, ਉਹ ਸੰਸਾਰ ਸਾਗਰ ਤੋਂ ਪਾਰ ਹੋ ਗਏ। ਉਹਨਾਂ ਦੇ ਦੁੱਖ ਅਤੇ ਦਰਿਦਰਾਂ ਦਾ ਨਿਵਾਰਣ ਹੋਇਆ ਹੈ, ਦੁੱਖ ਤੇ ਦਰਿਦਰ ਉਹਨਾਂ ਦੇ ਚਲੇ ਗਏ। ਨਿਰਮਲ ਭੇਖ ਅਪਾਰ, ਤਾਸ ਬਿਨ ਅਵਰ ਨਾ ਕੋਈ। ਨਿਰਮਲ ਭੇਖ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਜੋ ਭੇਖ ਸਵਰੂਪ ਹੈ, ਇਹ ਨਿਰਮਲ ਹੈ, ਮਲ ਤੋਂ ਮਾਇਆ ਦੀ ਕਾਲਖ ਤੋਂ ਰਹਿਤ ਹੈ।
ਲੇਸ ਮਾਤਰ ਵੀ ਆਪ ਜੀ ਦੇ ਉੱਤੇ ਕਿਸੇ ਵਿਸ਼ੇ ਵਿਕਾਰ ਤੇ ਕਿਸੇ ਵੀ ਪ੍ਰਕਾਰ ਦੇ ਦ્વੈਸ਼ ਦਾ ਜੋ ਹੈ ਉਹ ਲੇਸ ਨਹੀਂ ਹੈ। ਲੇਸ ਮਾਤਰ ਵੀ ਆਪ ਜੀ ਨੂੰ ਮਾਇਆ ਦਾ ਲੇਪ ਨਹੀਂ ਹੈ। ਇਸ ਕਰਕੇ ਨਿਰਮਲ ਭੇਖ ਅਪਾਰ ਜੋ ਪਰਮੇਸ਼ਵਰ ਹੈ, ਤੁਸੀਂ ਉਸੇ ਦਾ ਰੂਪ ਹੋ। ਬਾਰ-ਬਾਰ ਭੱਟ ਸਾਹਿਬਾਨ ਗੁਰੂ ਉਸਤਤ ਦੇ ਵਿੱਚ ਇਹ ਪਾਵਨ ਸ਼ਬਦ ਵਰਤ ਰਹੇ ਹਨ। ਸਿੱਖ ਨੂੰ ਕਿੰਨਾ ਭਰੋਸਾ ਹੈ ਕਿ ਸਿੱਖ ਇਹ ਗੱਲ ਮੰਨਦਾ ਹੈ ਵੀ ਬਾਣੀ ਹੀ ਪਰਮੇਸ਼ਵਰ ਦਾ ਰੂਪ ਹੈ, ਕਿ ਸਾਡੇ ਮਨ ਦੇ ਵਿੱਚ ਇਹ ਭਰੋਸਾ ਹੈ ਵੀ ਪਰਮੇਸ਼ਵਰ ਸਵਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਾਂ ਹੀ ਪਾਤਸ਼ਾਹੀਆਂ ਜੀ ਦੀ ਆਤਮਿਕ ਜੋਤ ਸਾਰਿਆਂ ਨੂੰ ਸਾਰੀਆਂ ਦਾਤਾਂ ਦੇਣ ਵਾਲੇ ਹਨ। ਅੱਜ ਦੇਖੋ ਸਿੱਖ ਸਮਾਜ ਦੇ ਅੰਦਰ ਵੀ ਉਹੀ ਭਰਮ, ਉਹੀ ਡਰ, ਉਹੀ ਭੈ ਜੋ ਹੈ ਉਹ ਵਿਆਪਕ ਅਸੀਂ ਦੇਖ ਸਕਦੇ ਹਾਂ। ਸਿੱਖ ਕੌਮ ਦੇ ਵਿੱਚ ਵੀ ਹਜੇ ਤੱਕ ਉਹ ਪ੍ਰਕਾਸ਼ ਨਹੀਂ ਹੋਇਆ ਜੋ ਸਾਨੂੰ ਸਤਿਗੁਰ ਬਖਸ਼ਿਸ਼ ਕਰਕੇ ਗਏ ਹਨ। ਹਜੇ ਵੀ ਸਾਡੇ ਮਨਾਂ ਅੰਦਰ ਸਮਾਜ ਦੇ ਵਿੱਚ ਅਸੀਂ ਦੇਖਦੇ ਹਾਂ ਕਈ ਪ੍ਰਕਾਰ ਦਾ ਜਾਤੀ ਅਭਿਮਾਨ ਹੈ। ਮਨੁੱਖ ਦੇ ਅੰਦਰੋਂ ਹਜੇ ਜਾਤੀ ਅਭਿਮਾਨ ਨਹੀਂ ਗਿਆ। ਜਦੋਂ ਕਿ ਸਤਿਗੁਰ ਕਹਿੰਦੇ ਜਾਣੋ ਜੋਤ ਨਾ ਪੁੱਛੋ ਜਾਤੀ, ਜਾਤ ਕਰਕੇ ਨਾ ਜਾਣਨਾ ਕਰੋ, ਜੋਤ ਕਰਕੇ ਜਾਣਨਾ ਕਰੋ। ਉਹ ਪਰਮੇਸ਼ਵਰ ਜੋ ਨਿਰੰਕਾਰ ਸਾਰਿਆਂ ਵਿੱਚ ਵਸਿਆ ਹੋਇਆ ਹੈ। ਪਰ ਫਿਰ ਵੀ ਇਹ ਜਾਤੀ ਅਭਿਮਾਨ ਜਿਹੜਾ ਹੈ ਸਿੱਖ ਕੌਮ ਦੇ ਵਿੱਚ ਵੀ ਸਾਨੂੰ ਵਿਆਪਕ ਦੇਖਣ ਨੂੰ ਮਿਲਦਾ ਹੈ। ਸਤਿਗੁਰ ਨੇ ਕਿਹਾ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ, ਗੁਣਾਂ ਦੀ ਸਾਂਝ ਕਰਨੀ ਹੈ। ਮਨੁੱਖ ਦੇ ਨਾਲ ਸੰਬੰਧ ਜੋ ਹੈ ਗੁਣਾਂ ਕਰਕੇ ਹੋਣਾ ਚਾਹੀਦਾ ਹੈ। ਮਨੁੱਖ ਤੋਂ ਮਨੁੱਖ ਦੀ ਦੂਰੀ ਜੋ ਹੈ ਔਗਣਾ ਕਰਕੇ ਹੋਣੀ ਚਾਹੀਦੀ ਹੈ, ਜਾਤੀ ਕਰਕੇ ਨਹੀਂ ਹੋਣੀ ਚਾਹੀਦੀ, ਰੰਗ ਭੇਦ ਕਰਕੇ ਨਹੀਂ ਹੋਣੀ ਚਾਹੀਦੀ, ਅਮੀਰੀ ਗਰੀਬੀ ਕਰਕੇ ਨਹੀਂ ਹੋਣੀ ਚਾਹੀਦੀ। ਇਹ ਪ੍ਰਤੱਖ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਸਾਨੂੰ ਕਮਾ ਕੇ ਦਿਖਾਇਆ ਹੈ। ਗੁਰੂ ਨਾਨਕ ਸਾਹਿਬ ਭਾਈ ਲਾਲੋ ਦੇ ਘਰ ਗਏ ਹਨ, ਮਲਕ ਭਾਗੋ ਦੇ ਘਰ ਨਹੀਂ ਗਏ। ਇਹ ਨਹੀਂ ਦੇਖਿਆ ਵੀ ਉਹ ਗਰੀਬ ਹੈ, ਉਹਦੇ ਅੰਦਰ ਰੱਬੀ ਗੁਣ ਹਨ। ਉਹਦੇ ਗੁਣਾਂ ਕਰਕੇ ਸਤਿਗੁਰ ਨੇ ਉਸ ਨੂੰ ਵਡਿਆਈ ਬਖਸ਼ੀ ਹੈ, ਉਸ ਨੂੰ ਨਿਵਾਜਿਆ ਹੈ, ਉਸ ਦੇ ਉੱਤੇ ਕਿਰਪਾ ਕੀਤੀ ਹੈ। ਇਸ ਕਰਕੇ ਭੱਟ ਸਾਹਿਬਾਨ ਕਹਿੰਦੇ ਹਨ, ਹੇ ਭਾਈ ਨਿਰਮਲ ਭੇਖ, ਗੁਰੂ ਦਾ ਭੇਖ ਨਿਰਮਲ ਹੈ, ਮਾਇਆ ਦੀ ਕਾਲਕ ਤੋਂ ਰਹਿਤ ਹੈ, ਵੈਰ ਵਿਰੋਧ ਤੋਂ ਰਹਿਤ ਹੈ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਜਿਸ ਨਿਰਮਲ ਪੰਥ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਚਲਾਇਆ, ਉਸੇ ਨਿਰਮਲ ਭੇਖ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਕਰ ਦਿੱਤਾ। ਖਾਲਸਾ ਫਾਰਸੀ ਦਾ ਸ਼ਬਦ ਹੈ, ਨਿਰਮਲ ਸੰਸਕ੍ਰਿਤ ਦਾ ਸ਼ਬਦ ਹੈ। ਦੋਹਾਂ ਦਾ ਭਾਵ ਇੱਕੋ ਹੀ ਹੈ। ਜੋ ਨਿਰਮਲ ਹੈ ਉਹੀ ਖਾਲਸ ਹੈ, ਜੋ ਖਾਲਸ ਹੈ ਉਹੀ ਨਿਰਮਲ ਹੈ। ਸੋ ਜਿੱਥੋਂ ਗੱਲ ਦੀ ਸ਼ੁਰੂਆਤ ਹੋਈ ਉੱਥੇ ਹੀ ਸੰਪੂਰਨਤਾ ਹੁੰਦੀ ਹੈ। ਜੇ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਸ਼ਬਦ ਗੁਰੂ ਸੁਰਤ ਧੁਨ ਚੇਲਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਹਨ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਕਿਉਂਕਿ ਉਸ ਸਮੇਂ ਸ਼ਬਦ ਗ੍ਰੰਥ ਸਵਰੂਪ ਦੇ ਵਿੱਚ ਸੰਪਾਦਿਤ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ, ਸਮਾਜ ਨੂੰ, ਕੌਮ ਨੂੰ ਬਖਸ਼ਿਸ਼ ਕੀਤਾ ਤੇ ਕਿਹਾ ਪੋਥੀ ਪਰਮੇਸ਼ਵਰ ਕਾ ਥਾਨ। ਇਸ ਕਰਕੇ ਗੁਰੂ ਨਾਨਕ ਸਾਹਿਬ ਜੋ ਆਪ ਪਰਮੇਸ਼ਵਰ ਸਵਰੂਪ ਸਤਿਗੁਰ ਧਰਤੀ ਤੇ ਅਵਤਰਤ ਹੋਏ, 10ਵੇਂ ਜਾਮੇ ਤੱਕ ਸਤਿਗੁਰ ਨੇ ਇੱਕ ਸਿਧਾਂਤ, ਇੱਕ ਫਿਲਾਸਫੀ, ਇੱਕ ਪਰਮੇਸ਼ਵਰ ਦੇ ਉੱਤੇ ਭਰੋਸਾ ਵਿਸ਼ਵਾਸ ਰੱਖਦੇ ਹੋਏ ਮਨੁੱਖਤਾ ਨੂੰ ਉਸ ਨਿਰੰਕਾਰ ਦੇ ਨਾਲ ਜੋੜਿਆ ਹੈ। ਸੋ ਭੱਟ ਸਾਹਿਬਾਨ ਇਸੇ ਗੱਲ ਤੋਂ ਪ੍ਰਭਾਵਿਤ ਹੋਏ ਇਹ ਗੱਲ ਕਹਿ ਰਹੇ ਹਨ ਨਿਰਮਲ ਭੇਖ ਅਪਾਰ, ਕਿ ਉਹ ਪਰਮੇਸ਼ਵਰ ਸਵਰੂਪ ਜੋ ਅਪਾਰ ਪਰਮੇਸ਼ਵਰ ਦਾ ਜੋ ਭੇਖ ਸਵਰੂਪ ਹੈ, ਉਹੀ ਸਵਰੂਪ ਗੁਰੂ ਅਰਜਨ ਦੇਵ ਮਹਾਰਾਜ ਤੁਹਾਡਾ ਹੈ। ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਪਰਮੇਸ਼ਵਰ ਦਾ ਸਵਰੂਪ ਹੋ। ਤਾਸ ਬਿਨ ਅਵਰ ਨਾ ਕੋਈ। ਤੇ ਭੱਟ ਸਾਹਿਬਾਨ ਕਹਿ ਰਹੇ ਹਨ ਤਾਸ ਉਸ ਪਰਮੇਸ਼ਵਰ ਤੋਂ ਬਿਨਾ ਭਾਈ ਕੋਈ ਦੂਸਰਾ ਨਹੀਂ ਹੈ। ਜਿਵੇਂ ਪਰਮੇਸ਼ਵਰ ਤੋਂ ਬਿਨਾ ਕੋਈ ਦੂਸਰਾ ਨਹੀਂ ਹੈ, ਉਸ ਪ੍ਰਕਾਰ ਕਲਯੁਗ ਦੇ ਵਿੱਚ ਇਸ ਕਲ ਸਮੁੰਦਰ ਤੋਂ ਪਾਰ ਉਤਾਰਨ ਵਾਲਾ ਕੋਈ ਦੂਸਰਾ ਨਹੀਂ ਹੈ, ਕੋਈ ਦੂਸਰਾ ਨਹੀਂ ਹੈ। ਭੱਟ ਸਾਹਿਬਾਨ ਨੇ ਇਸ ਗੱਲ ਦੇ ਉੱਤੇ ਬੜਾ ਜ਼ੋਰ ਦੇ ਕੇ ਕਿਹਾ ਹੈ ਕਿ ਕਲਯੁਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੋਂ ਬਿਨਾ ਕੋਈ ਦੂਸਰਾ ਸਹਾਰਾ ਨਹੀਂ ਹੈ, ਕੋਈ ਦੂਸਰਾ ਆਸਰਾ ਨਹੀਂ ਹੈ। ਇਹ ਪ੍ਰਮਾਣਿਕ ਗੁਰੂ ਪਰਮੇਸ਼ਵਰ ਸਵਰੂਪ ਹਨ। ਇਸੇ ਕਰਕੇ ਭੱਟ ਸਾਹਿਬਾਨ ਨੇ ਕਿਹਾ ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤਾ ਤੈ ਮਾਣਿਓ ਰਾਮ ਰਗਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਕਿ ਹੇ ਪਰਮੇਸ਼ਵਰ ਸਵਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ, ਹਰ ਯੁੱਗ ਦੇ ਵਿੱਚ ਤੁਸੀਂ ਆਏ ਹੋ,
ਹਰ ਯੁੱਗ ਦੇ ਵਿੱਚ ਤੁਹਾਡੀ ਸੱਤਾ ਰਹੀ ਹੈ। ਕਲ ਯੁਗ ਪ੍ਰਮਾਣ ਨਾਨਕ ਗੁਰ, ਅੰਗਦ ਅਮਰ ਕਹਾਇਓ। ਸਤਿਗੁਰ ਰਾਜ ਅਬਚਲ ਅਟਲ, ਆਦ ਪੁਰਖ ਫੁਰਮਾਇਓ। ਕਿ ਸਤਿਗੁਰੂ ਦਾ ਜੋ ਰਾਜ ਹੈ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰਾਜ ਹੈ, ਇਹ ਅਬਚਲ ਹੈ, ਇਹ ਚਲਾਇਮਾਨ ਨਹੀਂ ਹੋਵੇਗਾ, ਇਹ ਕਦੇ ਜਾਏਗਾ ਨਹੀਂ, ਇਹ ਸਦਾ ਰਹਿਣ ਵਾਲਾ ਹੈ। ਦੁਨੀਆ ਦੇ ਰਾਜ ਆਏ ਅਤੇ ਚਲੇ ਗਏ, ਵੱਡੇ ਵੱਡੇ ਰਾਜੇ ਸੰਸਾਰ ਵਿੱਚ, ਵੱਡੀਆਂ ਵੱਡੀਆਂ ਹਕੂਮਤਾਂ ਆਈਆਂ ਤੇ ਚਲੀਆਂ ਗਈਆਂ, ਪਰ ਸਤਿਗੁਰ ਰਾਜ ਅਬਚਲ ਅਟਲ, ਆਦ ਪੁਰਖ ਫੁਰਮਾਇਓ। ਇਹ ਆਦ ਪੁਰਖ ਪਰਮੇਸ਼ਵਰ ਨੇ ਫੁਰਮਾਇਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਜੋ ਸੱਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਸੱਤਾ ਹੈ, ਇਹ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਇਹ ਸਦਾ ਰਹਿਣ ਵਾਲੀ ਹੈ ਭਾਈ। ਇਸ ਕਰਕੇ ਭੱਟ ਸਹਿਬਾਨ ਬਖਸ਼ਿਸ਼ ਕਰ ਰਹੇ ਹਨ, ਤਾਸ ਬਿਨ ਅਵਰ ਨਾ ਕੋਈ, ਕੋਈ ਦੂਸਰਾ ਨਹੀਂ ਹੈ। ਕਲਯੁਗ ਦੇ ਅੰਦਰ ਮਾਤ ਲੋਕ ਦੇ ਵਿੱਚ ਪਾਰ ਉਤਾਰਨ ਵਾਲਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਤੁਹਾਡੇ ਤੋਂ ਬਿਨਾ ਕੋਈ ਦੂਸਰਾ ਨਹੀਂ ਹੈ, ਤੁਹਾਡੇ ਵਰਗਾ ਕੋਈ ਦੂਸਰਾ ਨਹੀਂ ਹੈ, ਤੁਹਾਡੇ ਵਰਗਾ ਕੋਈ ਦਿਆਲੂ ਨਹੀਂ ਹੈ, ਤੁਹਾਡੇ ਵਰਗਾ ਕੋਈ ਕਿਰਪਾਲੂ ਨਹੀਂ ਹੈ, ਤੁਹਾਡੇ ਵਰਗਾ ਕੋਈ ਬਖਸ਼ਣਹਾਰ ਨਹੀਂ ਹੈ। ਇਸ ਕਰਕੇ ਅਸੀਂ ਸਤਿਗੁਰ ਜੀ ਦੀ ਕਿਰਪਾ ਦਾ ਸਦਕਾ ਹਮੇਸ਼ਾ ਆਪਣੇ ਸਤਿਗੁਰ ਨੂੰ ਵੱਡਾ ਕਰਕੇ, ਸਤਿਗੁਰ ਵੱਡਾ ਕਰ ਸਾਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਗੁਰੂ ਦੇ ਵਿੱਚ ਬਹੁਤ ਵੱਡੀਆਂ ਵਡਿਆਈਆਂ ਹਨ, ਗੁਰੂ ਦੇ ਵਿੱਚ ਬਹੁਤ ਵੱਡੀਆਂ ਬਖਸ਼ਿਸ਼ਾਂ ਹਨ। ਗੁਰੂ ਨੂੰ ਪਰਮੇਸ਼ਵਰ ਨੇ ਆਪ ਨਿਵਾਜਿਆ ਹੈ ਕਲਯੁਗ ਦੇ ਅੰਦਰ ਇਸ ਸੰਸਾਰ ਸਾਗਰ ਤੋਂ ਪਾਰ ਉਤਾਰਨ ਵਾਸਤੇ। ਇਸ ਕਰਕੇ ਜਿਸ ਹਿਰਦੇ ਨੂੰ ਇਹ ਸਮਝ ਆ ਗਈ, ਜਿਸ ਮਨੁੱਖ ਨੂੰ, ਜਿਸ ਜੀਵ ਨੂੰ ਇਹ ਸਮਝ ਆ ਗਈ, ਉਹ ਕਲਿਆਣਕਾਰੀ ਹੋ ਗਏ, ਉਹਨਾਂ ਦਾ ਪਾਰ ਉਤਾਰਾ ਹੋਇਆ ਹੈ, ਸੰਸਾਰ ਸਾਗਰ ਤੋਂ ਪਾਰ ਹੋ ਗਏ। ਭੱਟ ਸਹਿਬਾਨ ਕਹਿੰਦੇ ਨਿਰਮਲ ਭੇਖ, ਗੁਰੂ ਨਾਨਕ ਸਵਰੂਪ ਗੁਰੂ ਅਰਜਨ ਦੇਵ ਮਹਾਰਾਜ, ਤੁਹਾਡਾ ਭੇਖ ਸਵਰੂਪ ਨਿਰਮਲ ਹੈ, ਮਾਇਆ ਦੀ ਕਾਲਕ ਤੋਂ ਰਹਿਤ ਹੈ। ਇਸ ਸੰਸਾਰ ਦੇ ਅੰਦਰ ਮਾਇਆ ਨੇ ਵੱਡਿਆਂ ਵੱਡਿਆਂ ਨੂੰ ਭਰਮਾ ਦਿੱਤਾ। ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਬ੍ਰਹਮ ਮੇਵਾ, ਭਰਮ ਭਰਮ ਮਾਨੁਖ ਡਹਿਕਾਏ, ਦੁੱਤਰ ਮਹਾ ਬਿਖਮ ਇਹ ਮਾਏ। ਇਸ ਮਾਇਆ ਨੇ ਵੱਡੇ ਵੱਡੇ ਅਵਤਾਰੀ ਪੁਰਖਾਂ ਨੂੰ ਡੁਲਾ ਦਿੱਤਾ, ਪਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਤੁਹਾਡੇ ਤੇ ਇਹਦਾ ਕੋਈ ਪ੍ਰਭਾਵ ਨਹੀਂ ਹੈ। ਇਹ ਤੁਹਾਡੇ ਚਰਨਾਂ ਦੀ ਦਾਸੀ ਬਣ ਕੇ ਰਹੀ ਹੈ। ਇਸ ਕਰਕੇ ਭੱਟ ਸਹਿਬਾਨ ਕਹਿੰਦੇ ਨਿਰਮਲ ਭੇਖ ਅਪਾਰ, ਤਾਸ ਬਿਨ ਅਵਰ ਨਾ ਕੋਈ। ਹਰ ਗੁਰਸਿੱਖ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਗੁਰਸਿੱਖ ਦੇ ਵਾਸਤੇ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੋਂ ਬਿਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਿਨਾ ਕੋਈ ਦੂਸਰਾ ਨਹੀਂ ਹੈ। ਸਤਿਗੁਰੂ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ 9 ਜਨਵਰੀ ਨੂੰ ਅਸੀਂ ਮਨਾ ਕੇ ਆਏ ਹਾਂ। ਪਾਤਸ਼ਾਹ ਜੀ ਕਹਿੰਦੇ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮਹਿ, ਕਾਹੂ ਪਛਾਹ ਕੋ ਸੀਸ ਨਵਾਇਓ, ਕੋ ਬੁਤਾਨ ਕੋ ਪੂਜਤ ਹੈ ਪਸ, ਕੋ ਮਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਸਤਿਗੁਰ ਕਹਿੰਦੇ ਮਨੁੱਖਤਾ ਨੂੰ ਪਰਮੇਸ਼ਵਰ ਦਾ ਭੇਦ ਆਇਆ ਹੀ ਨਹੀਂ ਹੈ। ਜਿਮੀ ਜਮਾਨ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਬਾੜ ਘਾਟ ਹੋਤ ਹੈ। ਇੱਕ ਜੋਤ ਪਰਮੇਸ਼ਵਰ ਸਾਰਿਆਂ ਵਿੱਚ ਪਸਰਿਆ ਹੋਇਆ ਹੈ। ਸਭ ਮਹਿ ਜੋਤ ਜੋਤ ਹੈ ਸੋਏ। ਉਹ ਪਰਮੇਸ਼ਵਰ ਜੋਤ ਰੂਪ ਹੈ, ਜੋਤ ਪ੍ਰਕਾਸ਼ ਰੂਪ ਹੋ ਕੇ ਹਰ ਜੀਵ ਦੇ ਵਿੱਚ ਵਸਿਆ ਹੋਇਆ ਹੈ। ਤਾਸ ਬਿਨ ਅਵਰ ਨਾ ਕੋਈ। ਉਸ ਪਰਮੇਸ਼ਵਰ ਦਾ ਸਵਰੂਪ ਗੁਰੂ ਅਰਜਨ ਦੇਵ ਮਹਾਰਾਜ, ਤੁਹਾਡੇ ਤੋਂ ਬਿਨਾ ਕੋਈ ਦੂਸਰਾ ਨਹੀਂ ਹੈ। ਜੋ ਬਖਸ਼ਿਸ਼ਾਂ ਤੁਸੀਂ ਲੈ ਕੇ ਆਏ ਹੋ, ਜੋ ਬਰਕਤਾਂ ਤੁਸੀਂ ਲੈ ਕੇ ਆਏ ਹੋ, ਉਹ ਕਿਸੇ ਹੋਰ ਦੇ ਹਿੱਸੇ ਨਹੀਂ ਆਈਆਂ। ਇਸ ਕਰਕੇ ਪਾਤਸ਼ਾਹ ਜੀ ਦੀ ਬਾਣੀ ਦਾ ਫਰਮਾਨ ਹੈ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਾਨੂੰ ਕਲਯੁਗੀ ਜੀਵਾਂ ਦੇ ਕਲਿਆਣ ਵਾਸਤੇ ਪਰਮੇਸ਼ਵਰ ਸਵਰੂਪ ਸਤਿਗੁਰੂ ਤੁਸੀਂ ਆਪ ਆਏ ਹੋ। ਮਨ ਬਚ ਜਿਨ ਜਾਣਿਆ, ਮਨ ਬਚ ਜਿਨ ਜਾਣਿਓ, ਭਇਓ ਤਿਹ ਸਮਸਰ ਸੋਈ। ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਜਿਨ੍ਹਾਂ ਨੇ ਪਰਮੇਸ਼ਵਰ ਸਵਰੂਪ ਗੁਰੂ ਅਰਜਨ ਦੇਵ ਮਹਾਰਾਜ ਤੁਹਾਨੂੰ ਜਾਣ ਲਿਆ, ਪਹਿਚਾਣ ਲਿਆ, ਉਹ ਤੁਹਾਡਾ ਹੀ ਸਵਰੂਪ ਹੋ ਗਏ, ਉਹ ਤੁਹਾਡੇ ਵਿੱਚ ਅਭੇਦ ਹੋ ਗਏ। ਜਿਨ੍ਹਾਂ ਨੇ ਮਨ ਕਰਕੇ
ਬਚਨ ਕਰਕੇ ਕਰਮ ਕਰਕੇ ਤੁਹਾਨੂੰ ਪਰਮੇਸ਼ਰ ਸਵਰੂਪ ਕਰਕੇ ਜਾਣਿਆ ਹੈ। ਸਤਿਗੁਰ ਪਾਤਸ਼ਾਹ ਜੀ ਦੇ ਪਰਥਾਏ ਭੱਟ ਮਥਰਾ ਜੀ ਕਹਿ ਰਹੇ ਹਨ, ਮਨ ਬਚ ਜਿਨ ਜਾਣਿਓ। ਮਨ ਕਰਕੇ ਬਚਨਾ ਕਰਕੇ ਗੁਰੂ ਨੂੰ ਜਿਨ੍ਹਾਂ ਨੇ ਪਰਮੇਸ਼ਰ ਕਰਕੇ ਜਾਣ ਲਿਆ ਉਹ ਗੁਰੂ ਦਾ ਰੂਪ ਹੋ ਗਏ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਨ ਕਰਕੇ ਬਚਨਾ ਕਰਕੇ ਪਰਮੇਸ਼ਰ ਸਵਰੂਪ ਕਰਕੇ ਜਾਣਿਆ ਤੇ ਲਹਿਣੇ ਤੋਂ ਅੰਗਦ ਹੋ ਗਏ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਰਮੇਸ਼ਰ ਸਵਰੂਪ ਜਾਣਿਆ, ਗੁਰੂ ਨਾਨਕ ਦੇ ਤੀਸਰੇ ਸਵਰੂਪ ਹੋ ਗਏ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਪਰਮੇਸ਼ਰ ਸਵਰੂਪ ਕਰਕੇ ਜਾਣਿਆ ਤੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਚੌਥਾ ਸਵਰੂਪ ਹੋ ਗਏ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਗੁਰੂ ਰਾਮਦਾਸ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਪਰਮੇਸ਼ਰ ਦਾ ਸਵਰੂਪ ਹਨ। ਭਇਓ ਤਿਹ ਸਮਸਰ ਸੋਈ, ਉਹ ਉਹਨਾਂ ਦੇ ਸਮਸਰ ਬਰਾਬਰ ਹੋਏ ਹਨ। ਉਹ ਭੇਦ ਹੋਏ ਜਿਨ੍ਹਾਂ ਨੇ ਮਨ ਕਰਕੇ ਮੰਨ ਲਿਆ, ਕਿਉਂਕਿ ਮਨ ਨਹੀਂ ਮੰਨਦਾ। ਮਨ ਦੇ ਵਿੱਚ ਦੁਚਿੱਤੀ ਰਹਿੰਦੀ ਹੈ, ਦੁਬਿਧਾ ਰਹਿੰਦੀ ਹੈ। ਕਦੇ ਮਨ ਮੰਨਦਾ ਹੈ ਵੀ ਗੁਰੂ ਪ੍ਰਤੱਖ ਪਰਮੇਸ਼ਰ ਸਵਰੂਪ ਹਨ, ਕਦੇ ਮਨ ਫੇਰ ਵਿਚਲ ਜਾਂਦਾ ਹੈ, ਕਦੇ ਮਨ ਫੇਰ ਭਟਕ ਜਾਂਦਾ ਹੈ। ਕਦੇ ਮਨ ਅਰਦਾਸ ਕਰਦਾ ਹੈ, ਗੁਰੂ ਸੁਣਦਾ ਹੈ, ਕਦੇ ਮਨ ਫੇਰ ਦਾਏਂ ਬਾਏਂ ਹੋ ਜਾਂਦਾ ਹੈ, ਕਦੇ ਫੇਰ ਮੜੀਆਂ ਮਸਾਣੀਆਂ ਤੇ ਮੱਥਾ ਟੇਕਦਾ ਫਿਰਦਾ ਹੈ, ਭਟਕ ਜਾਂਦਾ ਹੈ, ਫਿਰ ਹੱਥ ਵਿਖਾਉਂਦਾ ਹੈ, ਫਿਰ ਟੇਵੇ ਲਵਾਉਂਦਾ ਹੈ। ਸੋ ਸਤਿਗੁਰੂ ਪਾਤਸ਼ਾਹ ਪਰਮੇਸ਼ਰ ਸਵਰੂਪ ਭੱਟ ਸਾਹਿਬਾਨ ਕਹਿੰਦੇ, ਭਾਈ ਮਨ ਕਰਕੇ ਬਚਨਾ ਕਰਕੇ ਪਰਮੇਸ਼ਰ ਨੂੰ ਉਹ ਨਿਰੰਕਾਰ ਸਵਰੂਪ ਗੁਰੂ ਨੂੰ ਪਰਮੇਸ਼ਰ ਦਾ ਰੂਪ ਕਰਕੇ ਜਾਣਨਾ ਕਰੋ। ਪਰਮੇਸ਼ਰ ਦਾ ਰੂਪ ਹੈ ਸਤਿਗੁਰ। ਪਰਮੇਸ਼ਰ ਨੇ ਆਪ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਧਰਤੀ ਤੇ ਭੇਜਿਆ ਹੈ। ਜਦੋਂ ਧਰਤੀ ਨੇ ਪੁਕਾਰ ਕੀਤੀ ਕਿ ਨਿੱਗਰ ਚੱਲੀ ਰਸਾਤਲ ਟੋਆ, ਮੈਂ ਨਿੱਗਰਦੀ ਜਾਂਦੀ ਹਾਂ, ਭਾਪਾਂ ਦਾ ਭਾਰ ਜੋ ਹੈ ਝੱਲ ਨਹੀਂ ਸਕਦੀ, ਫਿਰ ਪਰਮੇਸ਼ਰ ਨੇ ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਓ। ਫਿਰ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਲਯੁਗੀ ਜੀਵਾਂ ਦੇ ਕਲਿਆਣ ਵਾਸਤੇ ਸੰਸਾਰ ਦੇ ਵਿੱਚ ਭੇਜਣਾ ਕੀਤਾ ਹੈ। ਪਰ ਇਹ ਵਡਿਆਈ ਉਹਨਾਂ ਦੇ ਹਿੱਸੇ ਆਈ ਹੈ ਜਿਨ੍ਹਾਂ ਨੇ ਮਨ ਕਰਕੇ ਗੁਰੂ ਨੂੰ ਪਰਮੇਸ਼ਰ ਰੂਪ ਜਾਣਿਆ ਹੈ, ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਪਰਮੇਸ਼ਰ ਦੇ ਬਚਨ ਕਰਕੇ ਜਾਣਿਆ। ਉਹ ਗੁਰੂ ਦਾ ਰੂਪ ਹੋ ਗਏ, ਉਹ ਗੁਰੂ ਵਿੱਚ ਅਭੇਦ ਹੋ ਗਏ। ਇਸ ਕਰਕੇ ਭੱਟ ਮਥਰਾ ਜੀ ਕਹਿ ਰਹੇ ਹਨ, ਧਰਨ ਗਗਨ ਨਵ ਖੰਡ ਮਹਿ, ਜੋਤ ਸਵਰੂਪੀ ਰਹਿਓ ਭਰ। ਧਰਨ ਧਰਤੀ ਅਤੇ 9 ਖੰਡਾਂ ਦੇ ਵਿੱਚ, ਗਗਨ ਦੇ ਵਿੱਚ ਜੋਤ ਰੂਪ ਹੋ ਕਰਕੇ ਜੋ ਪਰਮੇਸ਼ਰ ਪਸਰਿਆ ਹੋਇਆ ਹੈ, ਉਸੇ ਪ੍ਰਕਾਰ ਗੁਰੂ ਅਰਜਨ ਦੇਵ ਮਹਾਰਾਜ ਆਪ ਜੀ ਵੀ ਉਸ ਪਰਮੇਸ਼ਰ ਦਾ ਸਵਰੂਪ ਹੋ। ਧਰਨ ਗਗਨ ਨਵ ਖੰਡ ਮਹਿ, ਜੋਤ ਸਵਰੂਪੀ ਰਹਿਓ ਭਰ। ਉਹ ਪਰਮੇਸ਼ਰ ਪਰਿਪੂਰਨ ਹੈ। ਉਹ ਧਰਤੀ ਦੇ ਉੱਤੇ ਵੀ ਉਸੇ ਤਰ੍ਹਾਂ ਹੈ, ਆਕਾਸ਼ ਦੇ ਵਿੱਚ ਵੀ ਉਸੇ ਤਰ੍ਹਾਂ ਹੈ। 9 ਖੰਡ ਪ੍ਰਿਥਵੀ ਦੇ ਉੱਤੇ ਇੱਕ ਸਾਰ ਪਰਮੇਸ਼ਰ ਦਾ ਵਾਸ ਹੈ। ਇਹ ਨਹੀਂ ਕਿ ਧਰਤੀ ਦੇ ਵਿੱਚ ਘੱਟ ਹੈ, ਆਕਾਸ਼ ਵਿੱਚ ਜ਼ਿਆਦਾ ਹੈ, ਜਾਂ ਜੀਵ ਜੰਤੂਆਂ ਦੇ ਵਿੱਚ ਘੱਟ ਵੱਧ ਹੈ। ਐਸਾ ਨਹੀਂ ਹੈ। ਜਿਵੇਂ ਸੂਰਜ ਦਾ ਪ੍ਰਕਾਸ਼ ਹਰ ਥਾਂ ਤੇ ਹੁੰਦਾ ਹੈ, ਹਰ ਜਗ੍ਹਾ ਤੇ ਹੁੰਦਾ ਹੈ, ਇਸੇ ਤਰ੍ਹਾਂ ਪਰਮੇਸ਼ਰ ਜੋ ਹੈ ਉਹ ਹਰ ਵੇਲੇ ਹਰ ਥਾਂ ਤੇ ਹੈ। ਇਸੇ ਕਰਕੇ ਅਸੀਂ ਬਾਣੀ ਅੰਦਰ ਪੜ੍ਹਦੇ ਹਾਂ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਉਹ ਗੋਬਿੰਦ ਹੀ ਹੈ, ਉਹ ਨਿਰੰਕਾਰ ਹੀ ਹਰ ਥਾਂ ਤੇ ਪਸਰਿਆ ਹੋਇਆ ਹੈ। ਧਰਨ ਗਗਨ ਨਵ ਖੰਡ ਮਹਿ, 9 ਖੰਡਾਂ ਦੇ ਵਿੱਚ ਉਸ ਜੋਤ ਦਾ ਵਾਸ ਹੈ ਜੋ ਸਾਡੇ ਹਿਰਦੇ ਵਿੱਚ ਵਾਸ ਕਰਦੀ ਹੈ। ਸਾਰੇ ਜੀਆਂ ਦੇ ਵਿੱਚ ਉਸੇ ਦਾ ਵਾਸ ਹੈ। ਇਹ ਮਨੁੱਖ ਨੂੰ ਭੇਦ ਮਹਿਸੂਸ ਹੁੰਦਾ ਹੈ ਵੀ ਮਨੁੱਖ ਦੀ ਆਤਮਾ ਹੋਰ ਹੈ ਤੇ ਪਸ਼ੂ ਪਕਸ਼ੀਆਂ ਦੇ ਵਿੱਚ ਆਤਮਾ ਹੋਰ ਹੈ। ਇਸ ਭੇਦ ਨੂੰ ਹੀ ਦੂਰ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਕੌਤਕ ਰਚੇ ਹਨ। ਇਤਿਹਾਸ ਦੇ ਵਿੱਚ ਸਾਨੂੰ ਕਈ ਐਸੀਆਂ ਸਾਖੀਆਂ ਮਿਲਦੀਆਂ ਹਨ ਜਿੱਥੋਂ ਸਾਨੂੰ ਪਤਾ ਲੱਗਦਾ ਹੈ ਜੋ ਬਾਣੀ ਦਾ ਫਰਮਾਨ ਹੈ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ। ਕਿ ਇਹ ਜੋ ਜੀਵ ਜੋਤ ਹੈ, ਆਤਮਾ ਹੈ, ਇਹ ਹਰ ਇੱਕ ਜੋਨੀ ਦੇ ਵਿੱਚ ਇੱਕੋ ਹੀ ਰਹਿੰਦੀ ਹੈ, ਸਰੀਰ ਬਦਲ ਜਾਂਦਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਜੋ ਮੂਲਾ ਖੱਤਰੀ ਹੈ, ਗੁਰੂ ਨਾਨਕ ਸਾਹਿਬ ਜੀ ਦਾ ਮਿੱਤਰ, ਪਰ ਮਨਮਤ ਕਰਕੇ ਅਗਿਆਨਤਾ ਕਰਕੇ ਵਿਛੜ ਗਿਆ
10ਵੇਂ ਜਾਮੇ ਦੇ ਵਿੱਚ ਇੱਕ ਛੋਟੇ ਜਿਹਾ ਖਰਗੋਸ਼ ਦੇ ਰੂਪ ਅੰਦਰ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਨੇ ਨੰਦੇੜ ਦੀ ਧਰਤੀ ਦੇ ਉੱਤੇ ਸ਼ਿਕਾਰ ਘਾਟ ਗੁਰਦੁਆਰਾ ਸਾਹਿਬ ਜਿੱਥੇ ਸੁਸ਼ੋਭਿਤ ਹੈ ਉੱਥੇ ਉਹਦੀ ਕਲਿਆਣ ਕੀਤੀ ਹੈ। ਉਹ ਜੀਵ ਉਹੀ ਸੀ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਪਰਮੇਸ਼ਰ ਨਹੀਂ ਭੁੱਲਦਾ, ਗੁਰੂ ਨਹੀਂ ਭੁੱਲਦਾ, ਮਨੁੱਖ ਭੁੱਲ ਜਾਂਦਾ ਹੈ। ਤੇ ਗੁਰੂ ਨੇ ਸਾਨੂੰ ਸੋਝੀ ਬਖਸ਼ੀ ਹੈ ਭਾਈ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਪਰਮੇਸ਼ਰ ਵੀ ਜੋਤ ਹੈ, ਗੁਰੂ ਵੀ ਜੋਤ ਹੈ ਅਤੇ ਅਕਾਲ ਵੀ ਜੋਤ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੂੰ ਜੋਤ ਰੂਪ ਹੈ, ਪਰਮੇਸ਼ਰ ਸਵਰੂਪ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ 10 ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਹਨ, ਪ੍ਰਕਾਸ਼ ਰੂਪ ਹਨ। ਸੋ ਇਸ ਕਰਕੇ ਭੱਟ ਮੱਥਰਾ ਜੀ ਕਹਿ ਰਹੇ ਹਨ ਕਿ ਉਹ ਪਰਮੇਸ਼ਰ ਜੋ ਧਰਨ ਗਗਨ ਨਵ ਖੰਡ ਮਹਿ, ਜੋਤ ਸਵਰੂਪੀ ਰਹਿਓ ਭਰ। ਉਹ ਪਰਮੇਸ਼ਰ ਪਰਿਪੂਰਨ ਹੈ, ਭੰਨ ਮਥਰਾ ਕਛ ਭੇਦ ਨਹਿ, ਗੁਰ ਅਰਜਨ ਪ੍ਰਤਖ ਹਰ। ਭੰਨ ਮਥਰਾ, ਭੱਟ ਮਥਰਾ ਜੀ ਕਹਿ ਰਹੇ ਹਨ ਕਿ ਇਹਦੇ ਵਿੱਚ ਕੋਈ ਭੇਦ ਨਹੀਂ ਜਾਣਨਾ। ਭੰਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤਖ ਹਰ। ਉਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਪ੍ਰਤੱਖ ਪ੍ਰਗਟ ਹਰੀਹਰ ਪਰਮੇਸ਼ਰ ਦਾ ਰੂਪ ਹਨ। ਗੁਰੂ ਅਰਜਨ ਤੇ ਪਰਮੇਸ਼ਰ ਦੇ ਵਿੱਚ ਕੋਈ ਭੇਦ ਨਹੀਂ ਹੈ। ਭੰਨ ਮਥਰਾ, ਭੱਟ ਮਥਰਾ ਜੀ ਇਹ ਗੱਲ ਕਹਿ ਰਹੇ ਹਨ ਸਾਡੇ ਵਾਸਤੇ, ਸਾਨੂੰ ਇਹ ਵਿਸ਼ਵਾਸ ਭਰੋਸਾ ਦਿਵਾਉਣ ਵਾਸਤੇ। ਸਾਡੀ ਸ਼ਰਧਾ ਗੁਰੂ ਵਿੱਚ ਬਣ ਆਏ, ਸਾਡਾ ਅਕੀਦਾ ਗੁਰੂ ਦੇ ਉੱਤੇ ਬਣ ਆਏ। ਇਸ ਕਰਕੇ ਭੱਟ ਮਥਰਾ ਜੀ ਦੇ ਇਹ ਬਚਨ ਬੜੇ ਕੀਮਤੀ ਹਨ ਕਿ ਹੇ ਗੁਰ ਸਿੱਖੋ, ਗੁਰੂ ਅਰਜਨ, ਗੁਰੂ ਕਲਗੀਧਰ ਦਸ਼ਮੇਸ਼ ਪਿਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ 10 ਹੀ ਪਾਤਸ਼ਾਹੀਆਂ ਇੱਕ ਪਰਮੇਸ਼ਰ ਦਾ ਰੂਪ ਹਨ, ਜੋਤ ਰੂਪ ਹਨ, ਪ੍ਰਕਾਸ਼ ਰੂਪ ਹਨ। ਇਸ ਕਰਕੇ ਉਸ ਪਰਮਾਤਮਾ ਨੇ ਸਾਨੂੰ ਗੁਰੂ ਰੂਪ ਜੋ ਜੋਤ ਬਖਸ਼ਿਸ਼ ਕੀਤੀ ਹੈ ਉਹਦੇ ਅੱਗੇ ਨਤਮਸਤਕ ਹੋਈਏ। ਥਾਂ ਥਾਂ ਤੇ ਭਟਕਣਾ ਛੱਡ ਕਰਕੇ ਜੀਵਨ ਦੇ ਵਿੱਚ ਟਿਕਾ ਪ੍ਰਾਪਤ ਕਰੀਏ, ਆਨੰਦ ਪ੍ਰਾਪਤ ਕਰੀਏ। ਦੁੱਖ ਤੇ ਦਰਿਦਰਤਾ ਦੂਰ ਹੋ ਜਾਏਗੀ ਜਦੋਂ ਅਸੀਂ ਇੱਕ ਮਨ ਇੱਕ ਚਿੱਤ ਹੋ ਕੇ ਆਪਣੇ ਸਤਿਗੁਰਾਂ ਦੀ ਸ਼ਰਨ ਵਿੱਚ ਆਵਾਂਗੇ ਅਤੇ ਪਿਆਰ ਨਾਲ ਜਪ ਲਵਾਂਗੇ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਸਭ ਰਾਜਨ ਕੇ ਰਾਜਾ, ਸਭ ਰਾਜਨ ਕੇ ਰਾਜਾ। ਸਭ ਰਾਜਨ ਕੇ ਰਾਜਾ ਤੁਮ ਹੋ, ਸਭ ਰਾਜਨ ਕੇ ਰਾਜਾ। ਸਤਿਗੁਰਾਂ ਦੀ ਬਾਣੀ ਤੇ ਚੱਲੀਏ, ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰੀਏ। ਇਸੇ ਕਰਕੇ ਭੱਟ ਸਾਹਿਬਾਨ ਨੇ ਸਾਨੂੰ ਗੁਰੂ ਸਿਧਾਂਤ ਦ੍ਰਿੜ ਕਰਵਾਉਣ ਵਾਸਤੇ ਇਹ ਪਾਵਨ ਬਾਣੀ ਉਪਦੇਸ਼ ਰੂਪ ਬਖਸ਼ਿਸ਼ ਕੀਤੀ। ਸਤਿਗੁਰਾਂ ਦੀ ਬਾਣੀ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ ਤਾਂ ਕਿ ਸਾਡਾ ਵੀ ਜੀਵਨ ਸਫਲ ਹੋ ਜਾਏ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਸਵਾਸ ਸਵਾਸ ਪਰਮੇਸ਼ਰ ਦਾ ਸਿਮਰਨ ਕਰੀਏ। ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ, ਸਮੂਹ ਸਾਧ ਸੰਗਤ ਜੀ ਦਾ ਧੰਨਵਾਦ, ਪ੍ਰਬੰਧ ਦਾ ਧੰਨਵਾਦ, ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਬਖਸ਼ਿਸ਼ ਕਿਰਪਾ ਦਾ ਸਦਕਾ ਆਪ ਜੀ ਦੇ ਦਰਸ਼ਨਾਂ ਦਾ ਸੁਭਾਗ ਮਿਲਦਾ ਹੈ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ ਕਰਨੀਆਂ, ਬਲਾਓ ਫਤਿਹ, ਬਖਸ਼ੋ ਆਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।